ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਫਿਰ ਤੋਂ ਸਿਫਰਨਾਮਾ ਲੜੀ ਦੇ ਵਿੱਚ। ਮੈਂ ਤੁਹਾਡੇ ਨਾਲ ਸਿਫਰਨਵੀਸ। ਸਿਫਰਨਾਮਾ ਭਾਗ ਦੂਜਾ, ਗੁਲਾਬੀ ਤਾਰੇ, ਜਿਸ ਨੂੰ ਅਸੀਂ ਸੁਣ ਰਹੇ ਹਾਂ ਅਤੇ ਐਪੀਸੋਡ ਦਰ ਐਪੀਸੋਡ ਚੱਲਦੇ ਚੱਲਦੇ ਅੱਜ 7ਵੇਂ ਐਪੀਸੋਡ 'ਤੇ ਪਹੁੰਚੇ ਹਾਂ। ਕਹਾਣੀ ਜਿੱਥੋਂ ਤੱਕ ਚੱਲ ਰਹੀ ਹੈ, ਜਿੱਥੋਂ ਤੱਕ ਅਸੀਂ ਸਮਝ ਸਕੇ ਹਾਂ, ਜਿੱਥੋਂ ਤੱਕ ਅਸੀਂ ਜਾਣ ਸਕੇ ਹਾਂ, ਅਤੇ ਜਿੱਥੇ ਪਹੁੰਚਣਾ ਸਾਡਾ ਮਕਸਦ ਵੀ ਹੈ ਅਤੇ ਸਫ਼ਰ ਵੀ। ਉਸ ਦੇ ਦਰਮਿਆਨ ਪਿਛਲੇ ਐਪੀਸੋਡ ਦੇ ਵਿੱਚ ਇੱਕ ਕੇਂਦਰੀ ਭਾਵ ਇਹ ਵੀ ਦੱਸਿਆ ਸੀ ਮੈਂ ਕਿ ਜੰਗਨਾਮਾ ਕਿਸੇ ਵੀ ਤਰੀਕੇ ਦਾ ਹੋਵੇ, ਉਸਦੇ ਆਪਣੇ ਕਾਇਦੇ ਹੁੰਦੇ ਆ, ਜਿਸ ਨੂੰ ਅਸੀਂ ਵਿਰੋਧੀ ਮੰਨਦੇ ਹਾਂ, ਜਿਹਨੂੰ ਅਸੀਂ ਵਿਰੋਧ ਦੇ ਵਿੱਚ ਖੜ੍ਹਾ ਕਰ ਲਿਆ ਜਾਂ ਜਿਸ ਦੇ ਵਿਰੋਧ ਵਿੱਚ ਅਸੀਂ ਖੜ੍ਹ ਗਏ ਹਾਂ, ਉਹਨੂੰ ਜੇ ਹਰਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕਾਇਦਾ ਕੋਈ ਨਾ ਕੋਈ ਸਮਝਣਾ ਵੀ ਪਏਗਾ ਅਤੇ ਉਸ ਕਾਇਦੇ ਮੁਤਾਬਕ ਚੱਲਣਾ ਵੀ ਪਏਗਾ। ਮਸਲਾ ਕਾਨੂੰਨ ਦਾ ਹੋਵੇ ਜਾਂ ਭਾਵੇਂ ਰਣ ਖੇਤਰ ਦਾ। ਗੱਲ ਜੰਗ ਦੀ ਨਹੀਂ, ਗੱਲ ਵਾਰ ਦੀ ਹੈ। ਸਹੀ ਵਾਰ ਸਹਿਣਾ ਕਿਵੇਂ, ਸਹੀ ਵਾਰ ਕਰਨਾ ਕਿਵੇਂ। ਇਹ ਕਲਾਕਾਰੀ ਨਹੀਂ ਹੈ, ਇਹ ਜ਼ਰੂਰਤ ਹੈ। ਇਹ ਜ਼ਰੂਰਤ ਨੂੰ ਸਮਝਣਾ ਸਾਡੀ ਮੁੱਢਲੀ ਸਿੱਖਿਆ ਹੈ, ਸਾਡਾ ਕਾਇਦਾ ਹੈ। ਇਸ ਕਾਇਦੇ ਨੂੰ ਨਾ ਤੋੜਦੇ ਹੋਏ ਇਸ ਕਹਾਣੀ ਦੇ ਪਾਤਰ ਅੱਗੇ ਵਧ ਰਹੇ ਨੇ। ਜਿੱਥੇ ਪਿਛਲੇ ਕਾਇਦੇ ਵਿੱਚ ਜੇਲ੍ਹ 'ਚੋਂ ਵਿਦਿਆਰਥੀਆਂ ਦੇ ਉਸਤਾਦ, ਲੇਖਕ ਅਤੇ ਵਿਦਿਆਰਥੀ ਸੰਗਠਨਾਂ ਦੇ ਪ੍ਰਧਾਨ ਛੁੱਟੇ ਨੇ, ਉਸ ਤੋਂ ਅੱਗੇ ਦਾਸਤਾਨ ਸ਼ੁਰੂ ਹੋਣੀ। ਬਿਆਸ ਦਰਿਆ ਕੰਢੇ ਖੜੇ ਭਾਰੀ ਭੀੜ, ਨੌਜਵਾਨਾਂ, ਬੱਚਿਆਂ, ਬਜ਼ੁਰਗਾਂ, ਬੀਬੀਆਂ, ਹਰ ਕਿਸੇ ਦੀ ਭਾਰੀ ਸ਼ਮੂਲੀਅਤ ਸੀ, ਜਿਹਨੂੰ ਉੱਚੀ ਉੱਚੀ ਜਕਾਰਿਆਂ 'ਚ ਗੂੰਜਦਾ ਹੋਇਆ 3-4 ਕਿਲੋਮੀਟਰ ਤੱਕ ਨਾਦ ਸੁਣਾਈ ਦੇ ਰਿਹਾ ਸੀ। ਸਰਦਾਰ ਦਮਨਜੀਤ ਸਿੰਘ ਅਤੇ ਸਰਦਾਰਨੀ ਗੁਲਨਾਜ਼ ਕੌਰ, ਹੋਰਨਾਂ ਜੁਝਾਰੂ ਸਮਾਜ ਸੇਵਕਾਂ, ਸੂਬਾਈ ਪਾਰਟੀਆਂ ਦੇ ਬਾਗੀ ਆਗੂਆਂ ਨਾਲ ਮੰਚ ਉੱਤੇ ਬੈਠੇ ਸਨ। ਜਿੱਥੇ ਬੀਬੀ ਗੁਲਨਾਜ਼ ਕੌਰ ਆਪਣੀ ਤਕਰੀਰ ਨਾਲ ਪੂਰੇ ਜੋਸ਼ ਨੂੰ ਉਬਾਲ ਰਹੀ ਸੀ, ਪਰ ਭੀੜ ਦੇ ਕੋਨੇ 'ਚ ਹਲਚਲ ਮੱਚੀ। ਮਨਜਿੰਦਰ ਸਿੰਘ, ਖਾਲਸਾ ਕਾਲਜ ਦਾ ਵਿਦਿਆਰਥੀ ਸੰਗਠਨ ਦਾ ਪ੍ਰਧਾਨ, ਆਪਣੇ ਸਾਥੀਆਂ ਨਾਲ ਭੀੜ ਨੂੰ ਚੀਰਦਾ ਆ ਰਿਹਾ ਸੀ। ਨਾਲ ਇੱਕ ਬਜ਼ੁਰਗ ਬੀਬੀ ਵੀ ਮੰਚ ਉੱਤੇ ਆਣ ਚੜ੍ਹੀ। ਮਨਜਿੰਦਰ ਨੂੰ ਵੇਖ ਕੇ ਦਮਨਜੀਤ ਸਿੰਘ ਦੇ ਬੇਲੀ ਕਹਿਣ ਲੱਗੇ, ਇਹਨੂੰ ਇੱਥੇ ਕਿਹਨੇ ਆਉਣ ਦੀ ਹਿੰਮਤ ਦੇ ਦਿੱਤੀ? ਜਾਨ ਨਹੀਂ ਪਿਆਰੀ ਇਹਨੂੰ? ਪਰ ਜਵਾਬ ਮਨਜਿੰਦਰ ਨੇ ਹੀ ਦਿੰਦੇ ਹੋਏ ਕਿਹਾ, ਭਾਈ ਡਾਢੇ ਹੀ ਕਾਲੇ ਹੁੰਨੇ ਹੋ ਹਰ ਵਾਰ ਸੜਕਾਂ ਉੱਤੇ ਵਿਛਣ ਲਈ। ਘਬਰਾਓ ਨਾ, ਐਤਕੀ ਅਜਿਹਾ ਕੁਝ ਨਹੀਂ ਹੋਣ ਲੱਗਾ। ਉਹ ਇਹ ਗੱਲ ਕਹਿੰਦਾ ਹੋਇਆ ਬੀਬੀ ਗੁਲਨਾਜ਼ ਕੌਰ ਮੂਹਰੇ ਪਏ ਕਾਫੀ ਸਾਰੇ ਮਾਈਕਾਂ ਵਿੱਚੋਂ ਇੱਕ ਮਾਈਕ ਚੱਕ ਲਿਆਇਆ ਤੇ ਨਾਲ ਹੀ ਕਹਿਣ ਲੱਗਾ, ਮੇਰੇ ਭੈਣੋ ਤੇ ਮੇਰੇ ਪਿਆਰੇ ਭਰਾਵੋ, ਅੱਜ ਸਿਆਸਤ ਦੇ ਬਾਹਰੀ ਖੇਤਰ ਦੀ ਗੱਲ ਕਰਨ ਵਾਸਤੇ ਇੱਕ ਇਜਾਜ਼ਤ ਲੈਣ ਲਈ ਤੁਹਾਡੇ ਸਾਰਿਆਂ ਵਿਚਕਾਰ ਖੜਾ ਹੋਇਆ। ਮੇਰੇ ਵੱਲੋਂ ਬੁਲਾਈ ਗਈ ਫਤਿਹ ਦਾ ਜਵਾਬ ਤੁਹਾਡੇ ਵੱਲੋਂ ਸਹਿਮਤੀ ਵਜੋਂ ਆਵੇ। ਸਾਰੀ ਭੀੜ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਗੱਜ ਕੇ ਦਿੱਤਾ। ਅੱਗੇ ਮਨਜਿੰਦਰ ਕਹਿਣ ਲੱਗਾ, ਇਸ ਵੱਡੇ ਹਜੂਮ ਵਿੱਚ ਖੜੇ ਮੇਰੇ ਇਕੱਲੇ ਇਕੱਲੇ ਬਜ਼ੁਰਗ ਮਾਈ ਭਾਈ ਨੂੰ ਬੇਨਤੀ ਹੈ, ਜਿੱਥੇ ਕਿਤੇ ਵੀ ਥਾਂ ਮਿਲਦੀ ਹੈ ਆਰਾਮ ਨਾਲ ਬਹਿ ਜਾਓ। ਵੀਰੋ, ਅੱਜ ਠਾਠਾਂ ਮਾਰਦੇ ਜੋਸ਼ ਨੂੰ ਹੋਸ਼ ਨਾਲ ਸਾਂਭਣ ਦਾ ਵੇਲਾ ਹੈ। ਮੇਰੇ ਨਾਲ ਤੁਹਾਡੇ ਸਾਰਿਆਂ ਵਿੱਚ ਇੱਕ ਸੱਦ ਵੰਡਣ ਬੀਬੀ ਕਮਲਜੀਤ ਕੌਰ ਜੀ ਆਏ ਨੇ। ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਇਕਾਗਰਤਾ ਬਣਾਈ ਰੱਖੋ। ਕੋਈ ਰੌਲਾ ਨਹੀਂ ਹੋਣਾ ਚਾਹੀਦਾ।
ਇਹ ਕਹਿ ਕੇ ਮਨਜਿੰਦਰ ਪਿਛਾਂਹ ਨੂੰ ਪੈਰ ਪੁੱਟਦਾ ਹੈ। ਦਮਨਜੀਤ ਸਿੰਘ ਨੇ ਪੁੱਛਿਆ, ਮੇਰੀ ਸ਼ਰਾਫਤ ਦਾ ਨਜਾਇਜ਼ ਫਾਇਦਾ ਨਾ ਚੱਕ ਮਨਜਿੰਦਰ, ਵਰਨਾ ਇਸ ਭੀੜ ਵਿੱਚ ਕਿੱਥੇ ਖਪਤ ਜਾਣਾ ਤੁਸੀਂ ਸਾਰਿਆਂ ਨੇ। ਇਸ ਦੀ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਣੀ। ਆ ਬੁੱਢੜੀ ਦੀ ਬਕਵਾਸਬਾਜ਼ੀ ਛੇਤੀ ਤੋਂ ਛੇਤੀ ਬੰਦ ਕਰਵਾ ਦੇ। ਮਨਜਿੰਦਰ ਕਹਿੰਦਾ, ਮੈਂ ਕਹਿੰਦਾ ਪਹਿਲੋਂ ਆਪਾਂ ਸੁਣ ਹੀ ਲਈਏ ਕੁਝ, ਮਗਰੋਂ ਜੋ ਤੇਥੋਂ ਕਰ ਹੁੰਦਾ ਵੇਖ ਲਈ। ਦਮਨਜੀਤ ਦੀ ਮਾਂ ਮੱਚ ਉੱਠੀ। ਉਧਰ ਕੁਝ ਪਲ ਖਾਮੋਸ਼ ਨਜ਼ਰਾਂ ਨਾਲ ਠਾਠਾਂ ਮਾਰਦਾ ਹੜ ਵੇਖ ਕੇ ਟਿਕੀਆਂ ਰਹੀਆਂ। ਫਿਰ ਇੱਕਦਮ ਨੂਰੋ ਨੂਰ ਹੋਇਆ ਕਮਲਜੀਤ ਕੌਰ ਦਾ ਚਿਹਰਾ। ਉਸ ਇਕੱਠ ਨੂੰ ਸੰਬੋਧਨ ਕਰਨ ਲੱਗਾ। ਮਹਿਲਾਂ ਵਾਲੀ ਦੀ ਪਟਰਾਣੀ, ਇਸ ਇਲਾਕੇ ਦੀ MLA ਰਾਣੀ ਗੁਲਨਾਜ਼ ਕੌਰ ਜੀ ਦਾ ਧੰਨਵਾਦ ਕਿ ਮੈਨੂੰ ਇੱਥੇ ਖੜਨ ਦੀ ਰਤਾ ਭਰ ਥਾਂ ਦਿੱਤੀ ਹੈ। ਇਸ ਪੰਡਾਲ ਵਿੱਚ ਆਏ ਦੂਰੋਂ ਨੇੜਿਓਂ ਸੰਘਰਸ਼ਸ਼ੀਲ ਨੌਜਵਾਨ ਬੱਚਿਓ, ਮੇਰੀ ਭੈਣੋ ਤੇ ਮੇਰੇ ਭਰਾਵੋ, ਅੱਜ ਇੱਕ ਬੇਨਤੀ ਲੈ ਕੇ ਆਈ ਹਾਂ। ਇਸ ਸੰਘਰਸ਼ ਨੂੰ ਚੱਲਦਿਆਂ ਕਰੀਬ 3 ਸਾਲ ਬੀਤ ਚੁੱਕੇ ਨੇ। ਪੰਜਾਬ ਵਿੱਚ ਸਭ ਤੋਂ ਪਹਿਲਾਂ ਵਿਰੋਧ ਉੱਠਿਆ ਸੀ, ਤੁਹਾਡੇ ਹੀ ਇਲਾਕੇ ਦੇ MLA ਸਰਦਾਰ ਕਰਤਾਰ ਸਿੰਘ ਜੀ ਵੱਲੋਂ ਚੁੱਕਿਆ ਗਿਆ ਸੀ। ਕਚਹਿਰੀ ਅੱਜ ਵੀ ਮੂੰਹ ਬੋਲਦੀ ਹੈ। ਸਰਦਾਰ ਗੁਰਚਰਨ ਸਿੰਘ ਅੱਜ ਵੀ ਜੇਲ੍ਹ ਵਿੱਚ ਬੈਠੇ ਨੇ, ਝੂਠੇ ਮੁਕੱਦਮੇ ਅਧੀਨ। ਸਜ਼ਾ ਮੁਕੰਮਲ ਹੋਣ ਉੱਤੇ ਉਸ ਦੇ ਬਾਵਜੂਦ ਵੀ ਸਰਕਾਰ ਨੇ ਜੇਲੋਂ ਰਿਹਾ ਨਹੀਂ ਕੀਤੇ। ਗੱਲ ਵਿੱਚੋਂ ਟੁੱਕ ਕੇ ਗੁਲਨਾਜ਼ ਕਹਿਣ ਲੱਗੀ, ਕਿਉਂ ਝੂਠ ਬੋਲਦੀ ਹੈ ਕਮਲਜੀਤ ਭੈਣੇ? ਸੁਪਰੀਮ ਕੋਰਟ ਵਿੱਚ ਤੁਹਾਡੀ ਹੀ ਧੀ ਗੁਰਮੀਤ ਕੌਰ ਕੇਂਦਰ ਸਰਕਾਰ ਦੇ ਵੱਲੋਂ ਵਕੀਲਣ ਹੈ। ਇਸ ਕੇਸ ਦੀ ਪੈਰਵੀ ਕਰਦੀ ਪਈ ਹੈ। ਮੰਚ ਉੱਤੇ ਚਿੱਟਾ ਝੂਠ ਬੋਲਦਿਆਂ ਰਤਾ ਵੀ ਖਿਆਲ ਨਹੀਂ ਆਇਆ ਕਿ ਆਹੀ ਭੀੜ ਜੇ ਤੇਰੇ ਵੱਲ ਵਧੀ ਸਫਾ ਮਿਟਿਆ ਜਾਣਾ। ਅਹਿਸਾਸ ਵੀ ਹੈ। ਕਮਲਜੀਤ ਨਾਲ ਹੀ ਬਰਾਬਰ ਸੁਰ ਵਿੱਚ ਬੋਲੀ, ਰਾਣੀ ਗੁਲਨਾਜ਼ ਕੌਰੇ, ਕੱਲੇ ਮੇਰੇ ਮਰਿਆਂ ਗੱਲ ਨਹੀਂ ਮੁੱਕਣੀ। ਆਉਂਦੇ 15 ਦਿਨ 'ਚ ਉਹ ਹਨੇਰੀ ਆਉਣੀ ਹੈ ਜਿਹੜੀ ਤੇਰੇ ਟੱਬਰ ਨੂੰ ਬੁਰੀ ਤਰ੍ਹਾਂ ਖਤਮ ਕਰ ਦੇਗੀ। ਇਹੀ ਭੀੜ ਤੇਰਾ ਜਲੂਸ ਕੱਢੇਗੀ। ਇਹ ਗੱਲ ਅੱਜ ਮੇਰੇ ਕੋਲੋਂ ਲਿਖਵਾ ਲੈ। ਵੀਰੋ ਤੇ ਭੈਣੋ, ਅੱਜ ਮੈਂ ਤੁਹਾਨੂੰ ਸੱਦਾ ਦੇਣ ਆਈ ਹਾਂ। ਅੱਜ ਤੋਂ 4 ਦਿਨ ਬਾਅਦ ਅਨੰਦਪੁਰ ਸਾਹਿਬ ਵੱਡਾ ਇਕੱਠ ਹੋਣ ਜਾ ਰਿਹਾ, ਜਿਹਦੇ 'ਚ ਖੁੱਲ੍ਹੀ ਕਚਹਿਰੀ ਲੱਗੇਗੀ। ਪੰਚਾਂ ਸਰਪੰਚਾਂ ਦੇ ਸਾਰੇ ਸਵਾਲਾਂ ਦੇ ਕਿੱਸੇ ਸਰਕਾਰੀ ਵਕੀਲਾਂ ਤੇ ਮੇਰੇ ਦਰਮਿਆਨ। ਪੰਡਾਲ ਵਿੱਚ ਤੁਹਾਡੇ ਹੱਥਾਂ ਵਿੱਚੋਂ ਇੱਕ ਕਿਤਾਬ ਵੰਡੀ ਜਾ ਰਹੀ ਹੈ। ਜਿਹੜੇ ਵੀ ਕਿਸੇ ਨਤੀਜੇ ਦੀ ਗੱਲ ਉੱਤੇ ਆਉਣਾ ਚਾਹੁੰਦੇ ਨੇ, ਜਿਨ੍ਹਾਂ ਦੀ ਵੀ ਦਿਲੀ ਖੁਆਇਸ਼ ਹੈ ਪੰਜਾਬ ਦੀ ਇਸ ਲੰਬੀ ਖਾਨਾ ਜੰਗੀ ਤੋਂ ਬਾਹਰ ਨਿਕਲਣ ਦੀ, ਤੇ ਖਾਸ ਤੌਰ ਤੇ ਮੌਜੂਦਾ ਵਿਸ਼ੇ ਉੱਤੇ ਕੋਈ ਹੱਲ ਲੱਭਣ ਵਾਲੇ ਵੀਰ ਭੈਣ ਭਰਾ ਜ਼ਰੂਰ ਇਸ ਨੂੰ ਪੜ੍ਹਨ ਤੇ ਸੋਚਣ ਕਿ ਵਾਕਈ ਜੋ ਦਿਖਾਇਆ ਜਾ ਰਿਹਾ ਸੱਚ ਉਵੇਂ ਹੀ ਹੈ। ਦਿੱਲੀ ਵੱਲ ਸੰਘਰਸ਼ ਕਰਨ ਤੋਂ ਪਹਿਲਾਂ ਪੰਜਾਬ ਦੇ ਗੁਨਾਹਗਾਰਾਂ ਦੀ ਪਹਿਚਾਣ ਕਰਨੀ ਹੈ ਕਿ ਨਹੀਂ। ਫੈਸਲੇ ਤੁਹਾਡੇ ਹੱਥ ਹੋਣਗੇ। ਕੋਈ ਵੀ ਤਾਕਤ ਤੁਹਾਨੂੰ ਗੁੰਮਰਾਹ ਨਹੀਂ ਕਰੇਗੀ, ਨਾ ਹੀ ਕਿਸੇ ਵੀ ਪੱਖ ਦੀ ਤੁਹਾਡੇ ਉੱਤੇ ਮਰਜ਼ੀ ਦਾ ਹੱਕ ਹੋਏਗਾ। ਮੈਂ ਇਹ ਵਾਅਦਾ ਨਹੀਂ, ਅੱਜ ਇਸ ਥਾਂ ਤੋਂ ਐਲਾਨ ਕਰਦੀ ਹਾਂ ਕਿ ਅਸਲੀ ਸੰਘਰਸ਼ ਉਸ ਦਿਨ ਸ਼ੁਰੂ ਹੋਏਗਾ ਜਿਸ ਦਿਨ ਕਚਹਿਰੀ ਦੇ ਮਸਲੇ ਤੁਹਾਡੇ ਅੱਗੇ ਧਰ ਦਿੱਤੇ ਜਾਣਗੇ। ਕੀ ਮੈਂ ਤੁਹਾਡੀ ਸਾਰਿਆਂ ਦੀ ਹਾਜ਼ਰੀ ਦੀ ਆਸ ਕਰਦੀ ਹਾਂ ਤੇ ਕਰ ਸਕਦੀ ਹਾਂ? ਸਿਰਫ 3 ਦਿਨਾਂ ਸਮਾਗਮ ਅਨੰਦਪੁਰ ਸਾਹਿਬ। ਜ਼ਰੂਰੀ ਨਹੀਂ 3 ਦਿਨ ਚੱਲੇ, ਘੱਟ ਵੀ ਹੋ ਸਕਦਾ। ਤੁਹਾਡੀ ਮਰਜ਼ੀ ਤੇ ਨਿਰਭਰ ਹੈ। ਤੁਹਾਡਾ ਆਉਣਾ ਸਾਡੇ ਵਾਸਤੇ ਬਹੁਤ ਅਹਿਮ ਹੋਏਗਾ। ਮਨਜ਼ੂਰ ਹੈ? ਮਨਜਿੰਦਰ ਨੇ ਕੋਲੋਂ ਜਕਾਰਾ ਛੱਡਿਆ ਤੇ ਪੂਰੀ ਭੀੜ ਨੇ ਸਤਿ ਸ੍ਰੀ ਅਕਾਲ ਦੇ ਨਾਲ ਹਾਮੀ ਭਰੀ। ਗੁਲਨਾਜ਼ ਕੌਰ ਕਹਿਣ ਲੱਗੀ, ਭੈਣੇ, ਇਹ ਰਸਮੀ ਹੁੰਗਾਰੇ ਨੇ। ਤੂੰ ਕੌਣ ਹੈ ਜਿਨ੍ਹਾਂ ਨੂੰ ਇਹ ਤਵੱਜੋ ਦੇਣ? ਪਰ ਭੀੜ ਮੂਰਲੀ ਕਤਾਰ ਵਿੱਚੋਂ ਆਵਾਜ਼ ਆਈ, ਅਸੀਂ ਆਵਾਂਗੇ ਕਮਲਜੀਤ ਭੈਣੇ, ਅਸੀਂ ਸਾਰੇ ਆਵਾਂਗੇ। ਪੂਰੀ ਭੀੜ ਨੇ ਸਹਿਮਤੀ ਵਿੱਚ ਜੈਕਾਰਿਆਂ ਦੀ ਝੜੀ ਲਗਾ ਦਿੱਤੀ। ਮਨਜਿੰਦਰ ਮੁਸਕਰਾਉਂਦਾ ਹੋਇਆ ਬੀਬੀ ਕਮਲਜੀਤ ਕੌਰ ਕੋਲ ਗਿਆ। ਕਹਿੰਦਾ, ਆ ਇਹਨਾਂ ਨੂੰ ਵੀ ਦੇ ਦਿਓ ਬੀਬੀ ਜੀ, ਇਹਨਾਂ ਦਾ ਵੀ ਫਤੂਰ ਤਸੱਲੀ ਨਾਲ ਲੈ ਜਾਓ। ਦਮਨਜੀਤ ਅੱਗੇ ਹੋ ਕੇ ਫੜਦਾ ਹੋਇਆ ਤਲਖੀ 'ਚ ਕਹਿੰਦਾ ਹੈ, ਕੀ ਹੈ ਇਹ? ਕਮਲਜੀਤ ਕਹਿੰਦੀ, ਪੁੱਤਰ, ਇਹ ਸਿਫਰਨਾਮਾ ਹੈ, ਧਿਆਨ ਨਾਲ ਪੜ੍ਹੀ, ਵੇਖੀ ਕਿਤੇ ਸੰਗ 'ਚ ਨਾ ਅਟਕ ਜਾਵੇ ਆਵਾਜ਼ ਇਹਨੂੰ ਪੜ੍ਹ ਕੇ। ਉਡੀਕਾਂਗੇ ਤੈਨੂੰ ਵੀ ਰਾਣੀ ਗੁਲਨਾਜ਼ੋ। ਅੱਜ ਤੇਰੇ ਗੜ੍ਹ ਵਿੱਚ ਮੈਂ ਗਰਜ ਕੇ ਦੱਸ ਦਿੱਤਾ ਆਪਣਾ ਜ਼ੋਰ। ਹੁਣ ਤੇਰੇ ਪੁਰਖਿਆਂ 'ਚ ਵੀ ਜਿੰਨਾ ਜ਼ੋਰ ਹੋਇਆ ਉੱਥੇ ਲੈ ਆਵੀਂ। ਉੱਥੇ ਤੈਨੂੰ ਸਾਰੇ ਮਿਲਣਗੇ, ਪਾਲੀ ਵੀ, ਗੁਰਚਰਨ ਵੀ, ਸੁਰਜੀਤ ਸਿੰਘ ਵੀ, ਤੇ ਹਾਂ ਸੱਚ, ਧਰਮਾ ਵੀ। ਚਲਦੀਆਂ ਹੁਣ ਗੁਰਫਤਿਹ। ਗਾਫਲਾਂ ਦੀ ਭੀੜ ਵਿੱਚ ਧੂੜ ਉੱਡਦੀ, ਵੇ ਬਾਬਾ ਹੰਸਣੀ ਨੇ ਮੋਤੀਆਂ ਨੂੰ ਘੁੱਟਿਆ।
ਚੀਰਿਆਂ ਦੇ ਰੰਗ ਵੀ ਗੁਲਾਬੀ ਹੋ ਗਏ ਵੇ, ਦੱਸ ਕਿਹਦੇ ਬਾਗਾਂ ਨੂੰ ਉਹਨੇ ਲੁੱਟਿਆ। ਕੱਚੀ ਜਿਹੀ ਕੰਧ ਨੂੰ ਤਰੇੜ ਗੂੜੀ ਆਈ, ਤੇਰੇ ਹੌਸਲੇ ਦੀ ਡੋਰ ਨਹੀਂ ਓ ਰੰਗ ਦੀ। ਚਿਹਰਿਆਂ ਤੇ ਨੂਰ ਨੇ ਗੁਲਾਬੀ ਅਸਮਾਨ, ਵੇਖ ਕੱਲਾ ਕੱਲਾ ਤਾਰਾ ਆਪੇ ਟੁੱਟਿਆ। ਦ੍ਰਿਸ਼ ਸੀ, ਦ੍ਰਿਸ਼ ਦੀ ਬਿਆਨਗੀ ਹੈ, ਦ੍ਰਿਸ਼ ਤੋਂ ਅੱਗੇ ਦੀ ਦਾਸਤਾਨ ਹੈ, ਪਰ ਇਹ ਦ੍ਰਿਸ਼ ਆਪਣੀ ਦਾਸਤਾਨ ਖੁਦ ਬਿਆਨ ਕਰਨ ਵਿੱਚ ਸਮਰੱਥ ਸੀ। ਇਸ ਦੀ ਸਮਰੱਥਾ ਆਉਂਦੇ ਦਿਨਾਂ ਵਿੱਚ ਕਿਹਨੇ ਨਹੀਂ ਦੇਖਣੀ। ਕਹਾਣੀਆਂ ਤਾਂ ਬੀਤਦੀਆਂ ਨੇ, ਵਕਤ ਲੰਘਦੇ ਨੇ, ਪਰ ਜਦੋਂ ਕਹਾਣੀਆਂ ਦਾਸਤਾਨ ਦੀ ਅਸਲੀ ਮੁੱਢ ਦੀ ਕਹਾਣੀ ਬਣਦੀ ਹੈ, ਭਾਵ ਕਿ ਕਹਾਣੀ ਦੇ ਪਿੱਛੇ ਜਿਹੜੇ ਕਾਰਨ ਚੱਲਦੇ ਨੇ, ਕਹਾਣੀ ਦੇ ਪਿੱਛੇ ਜਿਹੜੇ ਕਾਰਕ ਤੇ ਤੱਤ ਹੁੰਦੇ ਨੇ, ਜਦੋਂ ਉਹਨਾਂ ਉੱਤੇ ਕੋਈ ਗੱਲ ਛੋਹੀ ਜਾਂਦੀ ਹੈ, ਨੁਕਤੇ ਉਦੋਂ ਬਾਹਰ ਆਉਂਦੇ ਆ। ਇੰਤਜ਼ਾਰ ਤੋਂ ਇਕਰਾਰ, ਫੇਰ ਇੱਕ ਵਾਰ ਸਰਹੱਦ ਨਵੇਂ ਰੰਗ ਵਿੱਚ ਕੰਬਦੀ, ਤੱਕਦੀ ਸੀ ਨੂਰ ਵੀ, ਉਡੀਕਦੀ ਸੀ ਦੂਰ ਤੇ ਇਸ਼ਾਰਿਆਂ ਦੀ ਲੋਰ ਵੀ ਹੰਭਦੀ। ਕੌਣ ਪੁੱਛੇ ਅੱਜ ਪਾਏ ਮੌਤ ਵਾਲੇ ਪੱਜ, ਹਾਲੇ ਮੋੜਵੇ ਗੁਨਾਹ ਸਾਥੋਂ ਦੂਰ ਜਏ। ਸਿਫਰ ਨੂੰ ਰੱਖਦੇ ਸੀ ਓਲੇ ਹਰ ਅੱਖ ਦੇ ਸੀ, ਲੁਕਦੀ ਨਾ ਗੱਲ ਡਾਢੇ ਦੰਭਦੀ। ਦ੍ਰਿਸ਼ ਹੁਣ ਸਰਹੱਦ ਦੇ ਪਾਰ ਦਾ ਹੈ। ਗੁਲਾਬੀ ਤਾਰਿਆਂ ਵਿੱਚ ਆ ਕੇ ਇਹ ਸ਼ਾਇਦ ਪਹਿਲਾ ਦੌਰ ਹੈ ਜਿੱਥੇ ਸਰਹੱਦ ਦੇ ਪਾਰ ਚੱਲੇ ਨੇ। ਅੰਮ੍ਰਿਤ ਭਾਵਨਾਵਾਂ ਦੀ ਅਫਵਾਹ ਵਿੱਚ ਸਰਹੱਦ ਪਾਰ ਲੰਘੇ ਸੀ, ਪਰ ਅੱਜ ਗੁਲਾਬੀ ਤਾਰੇ ਵਿੱਚ ਕੰਡਿਆਂ ਲੱਦੀ ਧਰਤ ਤੇ ਸਰਹੱਦਾਂ ਦੀ ਛਾਂ। ਮੁਆਜ਼ਿਜ਼ ਹਾਜ਼ਰੀਨ, ਤਕਰੀਰ ਚੱਲ ਰਹੀ ਹੈ ਤੇ ਤਕਰੀਰ ਦਾ ਬੁਲਾਰਾ ਬੋਲ ਰਿਹਾ। ਅੱਜ ਇਸ ਮਹਿਫਿਲ ਵਿੱਚ ਸ਼ਿਰਕਤ ਕਰ ਰਹੇ ਤਮਾਮ ਮਰਦ ਔਰ ਖਵਾਤੀਨ ਦਾ ਇਸਤਕਬਾਲ ਕਰਦਾ ਹੋਇਆ ਮੈਂ ਤੁਹਾਡਾ ਆਪਣਾ ਅਸ਼ਰਫ ਮੁਦੱਸਰ ਬਸ਼ੀਰ ਖੁਸ਼ਾਮਦੀਦ ਕਹਿੰਦਾ ਹਾਂ। ਅੱਜ ਦੀ ਸ਼ਾਮ ਯਾਦਗਾਰ ਔਰ ਰੂਹਾਨੀਅਤ ਦੇ ਅੰਜਾਮ ਦੀ ਬੇਪਨਾਹ ਖੁਸ਼ਨੁਮਾ ਔਰ ਲਾਮਿਸਾਲ ਸ਼ਾਮ ਗਰਦਾਨ ਹੋਏਗੀ। ਸਾਡੇ ਦਰਮਿਆਨ ਬੀਤੇ 2 ਸਾਲਾਂ ਤੋਂ ਇੱਕ ਬਾਕਮਾਲ ਆਲਮ ਫਾਜ਼ਲ ਹਿੰਦੁਸਤਾਨੀ ਪੰਜਾਬ ਦੇ ਬਾਸ਼ਿੰਦੇ ਸਰਦਾਰ ਹਰਚਰਨ ਸਿੰਘ ਜੀ ਆਪਣੀ ਇਲਮ ਦੀ ਬਾਰੀਕੀਆਂ ਦੇ ਨਾਲ ਪੂਰੇ ਪੰਜਾਬੀਅਤ ਦੇ ਦਿਲਾਂ ਨੂੰ ਇੱਕ ਰਸ਼ਕ ਨਾਲ ਭਰ ਦਿੱਤਾ। ਨਾ ਸਿਰਫ ਤਾਲੀਮ ਦਾ ਮੌਜੂ ਬਲਕਿ ਸਿਆਸਤ ਤੇ ਰਿਆਸਤ ਹਿੰਦ ਨਾਲ ਵਿਗੜੇ ਹਾਲਾਤਾਂ ਦੀ ਬਾਨਗੀ ਜਿਸ ਕਦਰ ਪੇਸ਼ ਕੀਤੀ ਹੈ। ਅਸੀਂ ਦੁਆ ਕਰਦੇ ਹਾਂ ਅੱਲਾਹ ਤਾਲਾ ਇਸ ਸ਼ਖਸ ਦੇ ਬਜ਼ੁਰਗ ਹੁੰਦੇ ਜਾ ਰਹੇ ਕਦਮਾਂ ਦੀ ਚਾਲ ਸੰਭਾਲਣਗੇ। ਵੈਸੇ ਤਲਖ ਹਕੀਕਤ ਇਹ ਵੀ ਹੈ ਕਿ ਇਸ ਉਸਤਾਦ ਨੂੰ ਮਸ਼ਰਕੀ ਪੰਜਾਬ ਦੇ ਤਾਲੀਮਗਾਹਾਂ ਦੇ ਹੁਕਮਰਾਨਾਂ ਨੇ ਬਰਖਾਸਤ ਰੱਖਿਆ ਸੀ। ਕੁਦਰਤ ਔਰ ਵਤਨ ਪ੍ਰਸਤੀ ਦੇ ਜ਼ਿੰਦਾ ਜਮਾਲ ਨੂੰ ਮਗਰਬ ਦੇ ਸਹਿਬਾਨਾਂ ਨੇ ਬਹੁਤ ਸ਼ਿੱਦਤ ਨਾਲ ਜਾਣਿਆ। ਮੈਂ ਚਾਹਾਂਗਾ ਕਿ ਵਾਪਸ ਆਪਣੇ ਵਤਨ ਪਰਤਨ ਜਾ ਰਹੇ ਇਸ ਮਾਇਨਾਜ਼ ਫਨਕਾਰ ਦੇ ਅਲਫਾਜ਼ ਤਮਾਮ ਹਾਜ਼ਰ ਹੀ ਸੁਣੇ। ਜਨਾਬ ਹਰਚਰਨ ਸਿੰਘ ਸਾਹਿਬ ਮੁਲਾਜ਼ਾ ਫਰਮਾਉਣ। ਅਸ਼ਰਫ ਮੁਦੱਸਰ ਬਸ਼ੀਰ ਰਿਆਸਤ ਲਾਹੌਰ ਵਿੱਚ ਸਿਆਸਤ ਖੇਤਰ ਦਾ ਇੱਜ਼ਤਦਾਰ ਨਾਮ ਸੀ। ਉਹਦੇ ਸੱਦੇ ਨਾਲ ਪੂਰਾ ਆਡੀਟੋਰੀਅਮ ਤਾੜੀਆਂ ਨਾਲ ਗੂੰਜ ਉੱਠਿਆ। ਮੰਚ ਉੱਤੇ ਸਰਦਾਰ ਹਰਚਰਨ ਸਿੰਘ ਹਾਜ਼ਰ ਹੋਏ। ਕਹਿਣ ਲੱਗੇ, ਮਗਰਬ ਦੇ ਦਿਲਦਾਰ, ਨੇਕ ਦਿਲੀ ਤੇ ਰੂਹਦਾਰ ਭਰੇ ਮੁਸਾਹਿਬੋ, ਸਿਫਰ ਫਨਕਾਰ ਦੀ ਆਦਾਬ ਇਸਤਕਬਾਲ ਕਬੂਲ ਕਰਨਾ। ਇਸ ਮਹਿਫਲ ਵਿੱਚ ਹੀ ਨਹੀਂ, ਪੂਰੇ ਮੁਲਕ ਵਿੱਚ ਬੇਪਨਾਹ ਇੱਜ਼ਤ, ਬੇਸ਼ੁਮਾਰ ਮੁਹੱਬਤ ਮਿਲੀ ਤੇ ਇਹ ਸਭ ਮੈਂ ਸਮਝਦਾ ਸਿਰਫ ਤੁਹਾਡੀ ਦਾਨਾਈ ਤੇ ਮੇਰੇ ਫਰਜ਼ੰਦ ਸਿਫਰੁਦੀਨ ਸਤਿੰਦਰਪਾਲ ਸਿੰਘ ਲਈ ਤੁਹਾਡੇ ਆਪਣੇਪਣ ਦੀ ਹੀ ਮਿਸਾਲ ਹੈ। ਇੱਕ ਵਾਲਿਦ ਲਈ, ਇੱਕ ਬਾਪ ਲਈ ਇਸ ਤੋਂ ਵੱਡਾ ਫਖਰ ਹੋਰ ਕੀ ਹੋ ਸਕਦਾ ਹੈ ਕਿ ਉਹਦੇ ਪੁੱਤਰ ਦੀ ਕਮਾਈ ਪਿਆਰ ਦੀ ਦੌਲਤ ਦੀ ਠੰਡਕ ਨੂੰ ਮਾਣੇ। ਸੱਚ ਜਾਣਿਓ, ਇਹ ਹਕੀਕਤ ਹੈ, ਮੈਂ ਇੱਥੇ 2 ਵਰ੍ਹਿਆਂ ਵਿੱਚ ਤੁਹਾਡੇ ਵਿੱਚੋਂ ਸਿਰਫ ਉਹਨੂੰ ਹੀ ਵੇਖਿਆ ਹੈ ਕਿਵੇਂ ਤੁਹਾਡੇ ਅੰਦਰ ਸਰਹੱਦਾਂ ਟੱਪ ਕੇ ਆਏ ਕੰਡਿਆਲੇ ਥੋਰ ਵੀ ਗੁਲਾਬ ਦੀ ਖੁਸ਼ਬੂ ਮਾਣੀ। ਮਿੱਟੀ ਦੇ ਮੋਹ ਤੋਂ ਤਾਂ ਬਹੁਤ ਮੁੱਦਤ ਪਹਿਲਾਂ ਹੀ ਅਲੱਗਾ ਕਰ ਆਏ ਸੀ ਅਸੀਂ। ਪੰਜਾਬੀਅਤ ਦਾ ਮੋਹ ਹੀ ਸਾਡੀ ਆਖਰੀ ਸਾਂਝ ਦੀ ਤੰਦ ਤੇ ਨਾਤਾ ਹੈ। ਅਸਲ ਵਿੱਚ ਵੇਲਾ ਆਇਆ ਹੈ ਮੇਰੇ ਪਰਤਣ ਦਾ। ਹਾਲਾਂਕਿ ਮੈਨੂੰ ਕੈਨੇਡਾ ਸਰਦਾਰ ਸ਼ਮਸ਼ੇਰ ਸਿੰਘ ਤੇ ਸਰਦਾਰ ਰੇਸ਼ਮ ਸਿੰਘ ਹੋਰਾਂ ਸੁਨੇਹਾ ਪੱਤਰ ਆਉਣ ਦਾ ਘੱਲ ਛੱਡਿਆ ਸੂ, ਪਰ ਇਹਨੂੰ ਸੱਦਾ ਪੱਤਰ ਨਹੀਂ ਮੰਨ ਸਕਦਾ ਜਦ ਮਸ਼ਰਕੀ ਪੰਜਾਬ ਵਿੱਚ ਮੇਰੇ ਅਜ਼ੀਜ਼ ਗੁਲਾਬੀ ਤਾਰੇ ਦੀ ਲੌ ਨੂੰ ਬੁਝਾਉਣ ਦੀ ਸਾਜ਼ਿਸ਼ ਸਿਖਰਾਂ ਉੱਤੇ ਚੱਲ ਰਹੀ ਹੋਵੇ। ਮੈਂ ਇੱਕ ਮੁਖਤਸਰ ਜਿਹੀ ਉਦਾਹਰਣ ਸਾਂਝੀ ਕਰਾਂ। ਬੇਇਨਸਾਫੀ ਦੀ ਸਿਖਰ ਦੀ ਭਾਵਨਾ ਹੈ ਜਿਹਨੂੰ ਹਰ ਪਾਸੇ ਬਰਾਬਰ ਨਹੀਂ ਮੰਨਿਆ ਜਾ ਸਕਦਾ।
ਇੱਕ ਇਨਸਾਫ ਇਹ ਹੈ ਜਿਹੜਾ ਇੱਥੇ ਨਜ਼ਰੀ ਆਇਆ। ਕੁਝ ਇੱਕ ਸਿੱਖ ਅਹਿਲਕਾਰਾਂ ਨੂੰ ਛੱਡ ਕੇ ਇੱਥੋਂ ਦੀ ਬਹੁ ਗਿਣਤੀ ਨੇ ਮੈਨੂੰ ਨਿਵਾਜਿਆ, ਮਾਣਿਆ ਤੇ ਰੂਹਦਾਰੀਆਂ ਨਾਲ ਸਰਸ਼ਾਰ ਕੀਤਾ। ਹਾਲਾਂਕਿ ਹਿੰਦੁਸਤਾਨ ਦੇ ਕਾਨੂੰਨ ਦੀ ਧਾਰਾਵਾਂ ਵਿੱਚ ਮੈਂ ਕਾਤਲ ਵੀ ਸਾਂ, ਬਰਖਾਸਤਸ਼ੁਦਾ ਪ੍ਰੋਫੈਸਰ ਵੀ। ਖੇਤੀਬਾੜੀ ਪੰਜਾਬ ਦੀ ਗਰਕ ਹੋਈ ਪਈ ਸੀ, ਪਰ ਫਿਰ ਵੀ ਮੇਰੇ ਲਿਖੇ ਖੇਤੀਬਾੜੀ ਵਿੱਚ ਬਦਲਾਅ ਦੇ ਸਾਰੇ ਕਿੱਸੇ ਮੇਟ ਦਿੱਤੇ ਗਏ। ਇਸ ਸਭ ਦੇ ਬਾਵਜੂਦ ਮੈਂ ਅੱਜ ਤੁਹਾਡੇ ਦਰਮਿਆਨ ਬਿਲਕੁਲ ਸਿਫਰ ਹੋਇਆ ਖੜਾਂ। ਪਰ ਦੂਜੇ ਪਾਸੇ ਉਹੀ ਇਨਸਾਫ ਦੀ ਬੇੜੀ ਇੰਦਰਪਾਲ ਸਿੰਘ ਉੱਤੇ ਭਾਰੀ ਪਈ, ਜਿਨੇ ਕੋਈ ਕਤਲ ਨਹੀਂ ਕੀਤੇ। ਮਾਸੂਮੀਅਤ ਤੋਂ ਖਿੜਿਆ ਫੁੱਲ ਪਹਿਲੋਂ ਮੇਰੇ ਕਰਕੇ ਗੈਰ ਕਾਨੂੰਨੀ ਤੌਰ ਤੇ ਸਰਹੱਦ ਟੱਪਿਆ, ਮਗਰੋਂ ਵਾਪਸੀ ਆਉਣ ਉੱਤੇ ਅੱਜ ਤੱਕ ਜੇਲੋਂ ਬਾਹਰ ਨਹੀਂ ਆ ਸਕਿਆ। ਉਹਦੇ ਭੈਣ ਭਰਾ ਸੜਕ ਉੱਤੇ ਦਿਨ ਦਿਹਾੜੇ ਕਤਲ ਕਰ ਦਿੱਤੇ ਗਏ। ਉਹਨੂੰ ਪੁਲਿਸ ਤਸ਼ੱਦਦ ਨੇ ਇੱਕ ਲੱਤ ਤੋਂ ਨਕਾਰਾ ਕਰ ਦਿੱਤਾ। ਪਰ ਸਰਦਾਰ ਗੁਰਚਰਨ ਸਿੰਘ ਨੂੰ ਹੁਣ ਤੱਕ ਦੀ ਕੈਦ ਸਿਰਫ ਤੇ ਸਿਰਫ ਇਸ ਲਈ ਹੋਈ ਕਿਉਂਕਿ ਉਹ ਸਰਹੱਦੀ ਘੁਸਪੈਠੀਏ ਦਾ ਬਾਪ ਹੈ। ਕੀ ਇਹ ਇਨਸਾਫ ਹੈ? ਕੁਦਰਤ ਤੇ ਖੁਦਾ ਦੀ ਰਹਿਮਤ ਦੇ ਨਿਜ਼ਾਮ ਵਿੱਚ ਜਿਹਨੂੰ ਨਸੀਬ ਕਹਿ ਲਵਾਂਗੇ, ਪਰ ਇਨਸਾਫ ਦੇ ਤਕਾਜ਼ੇ ਉੱਤੇ ਕੀ ਕਹਾਂਗੇ। ਬਹਿਰਹਾਲ ਇਹ ਉਦਾਹਰਣ ਸੀ ਸਿਰਫ ਇੱਕ ਮੌਜ਼ੂਏ ਲਿਹਾਜ਼ ਨੂੰ ਬਿਆਨ ਕਰਨ ਲਈ ਕਿ ਹਰ ਕਦਮ, ਹਰ ਸ਼ਖਸ ਸਾਡੀ ਜ਼ਿਹਨੀ ਇਮਾਨਦਾਰੀ ਦਾ ਚਾਹਵਾਨ ਹੈ। ਅਸੀਂ ਬੀਤੇ 2 ਸਾਲਾਂ ਵਿੱਚ ਇਸਲਾਮਾਬਾਦ, ਕਰਾਚੀ, ਲਾਹੌਰ, ਪੇਸ਼ਾਵਰ ਦੇ ਸਕੂਲ ਕਾਲਜਾਂ ਵਿੱਚ ਫਰਾਖ ਦਿਲੀ ਨਾਲ ਇਹ ਗੱਲ ਕੀਤੀ ਹੈ ਕਿ ਹਕੂਮਤਾਂ ਵੱਲੋਂ ਖੇਲੀ ਜਾ ਰਹੀ ਨਫ਼ਰਤ ਦੀ ਜੰਗ ਉਹਨਾਂ ਦੀ ਮਜਬੂਰੀ ਹੈ। ਕੁਝ ਜ਼ਾਤੀ ਹੰਕਾਰ ਔਰ ਕੁਝ ਇੰਟਰਨੈਸ਼ਨਲ ਪੋਲਿਟਿਕਸ ਦੇ ਦਬਾਅ ਮੁਲਕਾਂ ਦੀ ਸਿਆਸਤ ਨੂੰ ਮਜਬੂਰ ਕਰ ਦਿੰਦੇ ਨੇ ਇਖਤਲਾਫ ਤੋਂ ਖਾਨਾ ਜੰਗੀ ਲਈ। ਪਰ ਮੁੱਦਾ ਉਸ ਵਕਤ ਸੰਗੀਨ ਰੁਖ ਇਖਤਿਆਰ ਕਰਦਾ ਹੈ ਜਦੋਂ ਅਵਾਮੀ ਮੁਆਸ਼ਰੇ ਉੱਤੇ ਇਹ ਗੱਲ ਮੁਫੀਦ ਕਰ ਦਿੱਤੀ ਜਾਂਦੀ ਹੈ ਕਿ ਤਵਾਰੀਖੀ ਇਤਮੀਨਾਨ ਦੇ ਲਈ ਅਵਾਮੀ ਜਿਹਾਦ ਵਰਗਾ ਮਾਹੌਲ ਸਿਰਜਿਆ ਜਾਵੇ। ਅਜਿਹੀ ਜ਼ਹਿਰੀ ਲਿਆਕਤ ਵਾਲੇ ਹਰ ਸ਼ਖਸ ਤੋਂ ਸਾਨੂੰ ਖਬਰਦਾਰ ਰਹਿਣ ਦੀ ਜ਼ਰੂਰਤ ਹੈ। ਗਲੋਬਲ ਵਾਰਮਿੰਗ ਦੇ ਦੌਰ ਵਿੱਚ ਜ਼ਮਾਨਾ ਗਲੋਬਲ ਪੀਸ, ਹਯਾਤੇ ਸਕੂਨ ਦਾ ਮੁੱਦਈ ਹੋਣਾ ਮੰਗਦਾ ਹੈ। ਸਾਡਾ ਐਲਾਨੇ ਜੰਗ ਇੱਕ ਨਿਹਾਇਤ ਬੇਵਕੂਫਾਨਾ ਲਿਹਾਜ਼ ਹੈ ਜਿਸ ਨੂੰ ਬੰਦ ਕਰਨ ਦੀ ਜ਼ਰੂਰਤ ਹੈ। ਇਹ ਗੱਲ ਮੈਂ ਵੇਖੀ ਹੈ ਕਿ ਤੁਸਾਂ ਦਾ ਅਕਸ ਉਸ ਮੁਲਕ ਵਿੱਚ ਇੱਕ ਵਹਿਸ਼ੀ ਮੁਲਕ ਵਜੋਂ ਜਾਣਿਆ ਜਾਂਦਾ ਹੈ, ਪਰ ਜਿਵੇਂ ਤੁਸੀਂ ਮੈਨੂੰ ਇੱਥੇ ਮਾਣ ਬਖਸ਼ਿਆ, ਇਸ ਦੇ ਉਲਟ ਇੱਥੋਂ ਆ ਕੇ ਮੁੜਨ ਵਾਲੇ ਹਰ ਜੀ, ਭਾਵੇਂ ਉਹ ਸਤਿੰਦਰ ਹੋਵੇ, ਹਰਸ਼ਰਨ ਹੋਵੇ, ਗੁਰਚਰਨ ਸਿੰਘ ਦਾ ਪਰਿਵਾਰ, ਸਭ ਨੂੰ ਪੀੜਿਆ ਗਿਆ ਤੇ ਲੋਕ ਪੂਰੇ ਬਰਖਲਾਫ। ਇਹ ਅਵਾਮੀ ਸੋਚ ਦਾ ਮਰਕਜ਼ ਬਦਲਣਾ ਪਏਗਾ। ਕੋਸ਼ਿਸ਼ ਕਰਾਂਗੇ, ਇਸ ਜਨਮ 'ਚ ਨਹੀਂ ਹੋ ਸਕਿਆ, ਅਗਲੇ 'ਚ ਸਹੀ। ਮੁਹੱਬਤਾਂ ਬਰਕਰਾਰ ਰੱਖਿਓ, ਆਪਣੇ ਮੁਲਕ ਦੇ ਸਵੈਮਾਣ ਦਾ ਡਟ ਕੇ ਸਨਮਾਨ ਕਰੋ, ਪਰ ਇਨਸਾਫ ਪਸੰਦ ਰੂਹਦਾਰੀ ਬਣਾ ਕੇ ਰੱਖਿਓ। ਇਨਸ਼ਾਅੱਲਾ ਇੱਕ ਦਿਨ ਜ਼ਰੂਰ ਅਜਿਹਾ ਆਏਗਾ ਜਦੋਂ ਤੁਹਾਡੇ ਇਸ ਮੋਹ ਨੂੰ ਉੱਧਰੋਂ ਵੀ ਜ਼ਰੂਰ ਹੁੰਗਾਰਾ ਮਿਲੇਗਾ। ਫਨਕਾਰੀਆਂ ਤੇ ਤਹਿਜ਼ੀਬੀ ਮਿਜ਼ਾਜ ਆਬਾਦ ਰਹਿਣ। ਆਪ ਸਭ ਦਾ ਰੋਮ ਰੋਮ ਸ਼ੁਕਰਗੁਜ਼ਾਰ ਇਹ ਅਨਪੜ੍ਹ ਫਨਕਾਰ ਇਜਾਜ਼ਤ ਚਾਹੁੰਦਾ ਹੈ। ਅੱਲਾ ਹਾਫਿਜ਼। ਮੰਚ ਤੋਂ ਉਤਰਦੇ ਨੂੰ ਪ੍ਰੋਫੈਸਰ ਨੂਰ ਅਸ਼ਰਫ ਜ਼ੁਨੈਨਾ ਮਿਲੀ। ਡਾਕਟਰ ਅਸ਼ਰਫ ਮੁਦੱਸਰ ਬਸ਼ੀਰ ਦੇ ਨਾਲ ਨਿਕਾਹ ਹੋਇਆਂ ਨੂੰ ਮੁੱਦਤ ਗੁਜ਼ਰ ਚੁੱਕੀ ਸੀ। ਅੱਜ ਪਤਾ ਸੀ ਕਿ ਸ਼ਾਇਦ ਆਖਰੀ ਮੇਲ ਹੋ ਰਹੇ ਨੇ ਉਸ ਸਿਫਰੁਦੀਨ ਦੇ ਅੱਬਾ ਨਾਲ। ਨੂਰ ਨੇ ਇੱਕ ਰਬਾਬ ਉਹਨਾਂ ਦੀ ਨਜ਼ਰ ਕਰਦੇ ਹੋਏ ਕਿਹਾ, ਅੱਬੂ, ਇਹ ਅਮਾਨਤ ਤੁਹਾਡੇ ਪਿਆਰੇ ਗੁਲਾਬੀ ਤਾਰੇ ਲਈ ਹੈ। ਉਹਦੇ ਅਲਫਾਜ਼ਾਂ ਦੀ ਧੁਨ ਇੱਧਰ ਹਮੇਸ਼ਾ ਵੱਜਦੀ ਰਹੇਗੀ। ਮੌਲਾ ਉਹਦੀ ਰੋਸ਼ਨ ਜ਼ਹਿਨੀਅਤ ਨੂੰ ਤਸਕੀਨ ਅਤਾ ਕਰੇ, ਆਮੀਨ। ਇਹ ਚੰਦ ਲਫ਼ਜ਼ਾਂ ਦਾ ਪੈਗਾਮ ਨਹੀਂ, ਅਲਫਾਜ਼ਾਂ ਦੀ ਦੁਨੀਆ ਦੇ ਗੂੜੇ ਭਾਵਾਂ ਤੋਂ ਕਿਤੇ ਅੱਗੇ ਸੀ। ਇਸਲਾਮਾਬਾਦ ਤੋਂ ਅੰਮ੍ਰਿਤਸਰ ਹਵਾਈ ਸਫ਼ਰ ਵੱਲ ਰਵਾਨਾ ਹੋਣ ਲੱਗਿਆਂ ਅੱਜ ਨਵੀਆਂ ਵੰਗਾਰਾਂ ਨੂੰ ਚੀਰਨ ਲਈ ਸਰਦਾਰ ਹਰਚਰਨ ਸਿੰਘ ਨੇ ਹਵਾਈ ਟਿਕਟ ਦਿੱਲੀ ਜਾਣ ਦੀ ਕਰਵਾ ਲਈ, ਜਿੱਥੇ ਡਾਕਟਰ ਸ਼ਮਸ਼ੇਰ ਸਿੰਘ ਤੇ ਸਰਦਾਰ ਰੇਸ਼ਮ ਸਿੰਘ ਕੈਨੇਡਾ ਤੋਂ ਪਹੁੰਚ ਰਹੇ ਨੇ। ਇਸਲਾਮਾਬਾਦ ਅੱਜ ਅਲਵਿਦਾ ਕਹਿ ਰਿਹਾ ਸੀ ਇੱਕ ਇਤਮਨਾਨ ਦੇ ਯੁੱਗ ਨੂੰ ਤੇ ਉਸ ਦੀ ਉਮੀਦ ਨੂੰ, ਜਿਹੜੀ ਖਬਰੇ ਕਿਹੋ ਜਿਹੀ ਹਵਾਵਾਂ ਮੋੜਨ ਵਾਲਾ ਸੀ। ਕੇਸਰ ਦੀ ਸੁਲਾ ਸਫਾਈਆਂ, ਕਈਆਂ ਨੂੰ ਰਾਸ ਨਾ ਆਈਆਂ, ਬਾਗੀ ਫੁੱਲ ਉੱਜੜਦੇ। ਕੇਸਰ ਦੀ ਸੁਲਾ ਸਫਾਈਆਂ, ਕਈਆਂ ਨੂੰ ਰਾਸ ਨਾ ਆਈਆਂ, ਬਾਗੀ ਫੁੱਲ ਉੱਜੜਦੇ। ਮੁਫਤ ਵਿੱਚ ਬੇਪਰਵਾਹੀਆਂ, ਆਖਣ ਨੂੰ ਸਹਿਜ ਸੁਭਾਈਆਂ, ਕਰਕੇ ਭੁੱਲ ਉੱਜੜਦੇ। ਬਾਬਾ ਤੇਰੇ ਸ਼ਹਿਰ ਦੇ ਕਿੱਸੇ, ਵੰਡਣਗੇ ਤੀਰੇ ਹਿੱਸੇ। ਆਥਣ ਨੂੰ ਸ਼ਾਹ ਪਰਵਾਜ਼ਾਂ, ਉੱਗਣ ਨੂੰ ਕਹਿਰ ਦੇ ਕਾਰੇ। ਮਾਰ ਗਏ ਸ਼ਰੇ ਬਜ਼ਾਰੇ, ਕਾਦੀ ਹੁਣ ਕਰੇ ਰਿਆਜ਼ਾਂ।
ਦਹਿਸ਼ਤ ਦੇ ਮੁੱਦੇ ਸਾਡੀ ਹੋਂਦਾਂ ਨੂੰ ਜਚਣੇ ਮੁੱਕ ਗਏ। ਕੁਫਰ ਦੇ ਦੀਵੇ ਸਾਡੇ ਵਿਹੜੇ ਵਿੱਚ ਮਚਣੇ ਰੁਕ ਗਏ। ਦੇਖਾਂਗੇ ਜਾਂਦੀ ਵਾਰੀ ਕਿਹਦੀ ਗੱਲ ਹੋਈ ਕਰਾਰੀ, ਕਰਕੇ ਕੁੱਲ ਉੱਜੜਦੇ। ਕੇਸਰ ਦੀ ਸੁਲ੍ਹਾ ਸਫਾਈਆਂ ਕਈਆਂ ਨੂੰ ਰਾਸ ਨਾ ਆਈਆਂ, ਬਾਗੀ ਫੁੱਲ ਉੱਜੜਦੇ। ਬਾਬਾ ਤੇਰੇ ਰੂਹ ਦੇ ਹਾਣੀ ਕਰਦੇ ਗੱਲ ਬੜੀ ਪੁਰਾਣੀ, ਹਾੜੇ ਵੀ ਪਾਉਣੋਂ ਰੁਕਦੇ। ਸਿਖਰਾਂ ਦੀ ਜੰਗ ਕਰਾਰੀ ਲੜਦੇ ਸੀ ਪਹਿਲੀ ਵਾਰੀ, ਦੋਵੇਂ ਐਦਾਂ ਨਹੀਂ ਝੁਕਦੇ। ਜਿਗਰੇ ਤੇ ਮੱਤਾਂ ਵਾਲੇ ਆਖਣਗੇ ਗੱਲ ਵੀ ਗੂੜੀ, ਮਕਤੇ ਗਜ਼ਲਾਂ ਦੇ ਲੁੱਟੇ ਪਾਉਂਦੀ ਏ ਨਵੀਂ ਪਸੂੜੀ। ਵੈੜ ਕੇ ਵੇੜੇ ਪੱਟਣ ਸਾਡੇ ਵੀ ਫਾਹੇ ਕੱਟਣ, ਦੇ ਕੇ ਮੁੱਲ ਉੱਜੜਦੇ। ਕੇਸਰ ਦੀ ਸੁਲ੍ਹਾ ਸਫਾਈਆਂ ਕਈਆਂ ਨੂੰ ਰਾਸ ਨਾ ਆਈਆਂ, ਬਾਗੀ ਫੁੱਲ ਉੱਜੜਦੇ। ਮੱਚਦੀ ਏ ਕਾਵਾਂ ਰੋਲੀ ਕੀ ਨੇ ਸਾਡੀ ਅਣਗੌਲੀ, ਦੇਵੀ ਨਾ ਹੁਣ ਸਫਾਈਆਂ। ਫੁਰਸਤ ਨੂੰ ਤਾਲੇ ਲਾਏ ਮਸਲੇ ਹੋ ਕਾਲੇ ਆਏ, ਕਹਿੰਦੇ ਇਹ ਬੇਵਫਾਈਆਂ। ਮੁਰਸ਼ਦ ਤੋਂ ਮਾਸ਼ਕੀਆਂ ਨੇ ਪਾਣੀ ਦੇ ਮਸ਼ਕ ਲੁਕੋਏ, ਤੈਨੂੰ ਸਾਡੀ ਖੁਸ਼ੀ ਨਾ ਜੱਚੇ ਐਨੇ ਲਈ ਰਸ਼ਕ ਲੁਕੋਏ। ਮੌਜਾਂ ਤੋਂ ਬਣੀਆਂ ਚੀਸਾਂ ਰੋਣਾ ਨਹੀਂ ਸਿਫਰ ਨਵੀਸਾਂ, ਝੱਖੜ ਝੁੱਲ ਉੱਜੜਦੇ। ਕੇਸਰ ਦੀ ਸੁਲ੍ਹਾ ਸਫਾਈਆਂ ਕਈਆਂ ਨੂੰ ਰਾਸ ਨਾ ਆਈਆਂ, ਬਾਗੀ ਫੁੱਲ ਉੱਜੜਦੇ। ਖਾਲਸਾ ਕਾਲਜ ਵਿੱਚ ਅੱਜ ਬਰਖਾਸਤ ਕੀਤੇ ਹੋਏ ਪ੍ਰੋਫੈਸਰ ਚਰਨਪ੍ਰੀਤ ਸਿੰਘ ਤੇ ਲੈਕਚਰਰ ਪ੍ਰਦੀਪ ਕੌਰ ਨੂੰ ਮੁੜ ਬਹਾਲ ਕਰਨ ਲਈ ਗੇਟ ਉੱਤੇ ਰੌਲਾ ਚੱਲ ਰਿਹਾ ਸੀ। ਵਾਈਸ ਚਾਂਸਲਰ ਦੇ ਸੁਨੇਹੇ ਨੂੰ ਪੜ੍ਹ ਕੇ ਚਪੜਾਸੀ ਨੇ ਜਦੋਂ ਸੁਣਾਇਆ ਕਿ ਉਹ ਬਰਖਾਸਤ ਨਹੀਂ ਕੀਤੇ ਗਏ, ਉਹਨਾਂ ਨੇ ਆਪ ਅਸਤੀਫੇ ਦਿੱਤੇ, ਤਾਂ ਵਿਦਿਆਰਥੀ ਹੋਰ ਭੜਕ ਗਏ। ਵਿਦਿਆਰਥੀ ਕਹਿੰਦੇ ਸਾਨੂੰ ਹੁਣ ਤੱਕ ਇਹੀ ਕਿਹਾ ਗਿਆ ਕਿ ਸਾਰੇ ਪ੍ਰੋਫੈਸਰ ਬਰਖਾਸਤ ਕੀਤੇ ਗਏ ਨੇ, ਉਹ ਵੀ ਬੇਵਜ੍ਹਾ। ਹੁਣ ਅਸਤੀਫੇ ਵਾਲੀ ਗੱਪ ਕਿਤੇ ਉਹਨਾਂ ਦੀ ਰਿਹਾਈ ਦੀ ਸ਼ਰਤ ਤਾਂ ਨਹੀਂ ਧਰੀ ਤੁਸੀਂ? ਹੁਣ ਜੇ ਇਹ ਗੱਲ ਸਾਨੂੰ ਨਾਮਨਜ਼ੂਰ ਰਹੀ ਤਾਂ ਉਹਨਾਂ ਦੇ ਇੱਥੇ ਆਉਣ ਤੱਕ ਧਰਨਾ ਜਾਰੀ ਰਹੇਗਾ, ਪੜ੍ਹਾਈ ਬਿਲਕੁਲ ਵੀ ਨਹੀਂ ਹੋਏਗੀ। ਇਹ ਗੱਲ ਕਹਿੰਦੇ ਆ ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਮਨਜਿੰਦਰ ਸਿੰਘ ਦੀ ਗੱਡੀ ਗੇਟ ਮੂਹਰੇ ਰੁਕਦੀ ਹੈ, ਜਿਹਦੇ ਵਿੱਚੋਂ ਚਰਨਪ੍ਰੀਤ ਸਿੰਘ, ਪ੍ਰਦੀਪ ਕੌਰ ਤੇ ਤਰਨਜੀਤ ਸਿੰਘ, ਸਰਬਜੀਤ ਕੌਰ ਚਾਰੇ ਬਾਹਰ ਨਿਕਲਦੇ ਨੇ। ਮਨਜਿੰਦਰ ਕਹਿਣ ਲੱਗਾ, ਵਾਈਸ ਚਾਂਸਲਰ ਸਾਹਿਬ ਨੂੰ ਕਹੋ ਵੱਡੇ ਹਾਲ ਵਿੱਚ ਫੌਰੀ ਤੌਰ ਤੇ ਸਾਰੇ ਵਿਦਿਆਰਥੀਆਂ ਤੇ ਅਧਿਆਪਕ ਸਟਾਫ ਦੀ ਮੀਟਿੰਗ ਰੱਖੋ, ਤੁਹਾਡਾ ਸਾਰਿਆਂ ਦਾ ਸਮਾਂ ਬਚੇਗਾ। ਪਿਆਰੇ ਵਿਦਿਆਰਥੀਓ, ਸਰਬਜੀਤ ਕੌਰ ਦੇ ਬੋਲਣ ਤੋਂ ਪਹਿਲੇ ਮਨਜਿੰਦਰ ਸੰਬੋਧਿਤ ਹੁੰਦਾ। ਤੇ ਉਸ ਤੋਂ ਪਹਿਲੇ ਚਾਂਸਲਰ ਸਾਹਿਬ ਖੁਦ ਬੋਲਦੇ, ਪਿਛਲੇ ਦਿਨਾਂ ਤੋਂ ਕਸ਼ਮਕਸ਼ ਜਿਹੀ ਚੱਲ ਰਹੀ ਸੀ, ਜਿਹਨੂੰ ਸੁਲਝਾਉਣ ਦੇ ਆਪਾਂ ਕਾਫੀ ਯਤਨ ਕੀਤੇ, ਪਰ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ। ਮੈਂ ਨਿੱਜੀ ਤੌਰ ਉੱਤੇ ਵੀ ਬੜਾ ਪਰੇਸ਼ਾਨ ਸਾਂ ਕਿ ਬੜੀ ਗੰਭੀਰ ਸਥਿਤੀ ਬਣਦੀ ਜਾ ਰਹੀ ਹੈ। ਇੱਕ ਪਾਸੇ ਸਟੂਡੈਂਟਸ ਯੂਨੀਅਨ ਦੇ ਇਲੈਕਸ਼ਨ ਰੱਦ ਕੀਤੇ ਗਏ, ਦੂਜੇ ਪਾਸੇ ਵਿਦਿਆਰਥੀਆਂ ਨੂੰ ਦੁਵਿਧਾ ਦੇ ਦੌਰ 'ਚ ਬਦਲਦੇ ਰਾਜਨੀਤਿਕ ਹਾਲਾਤਾਂ ਦਾ ਪ੍ਰਭਾਵ ਵੀ ਇੰਨਾ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਅਸੀਂ ਸੱਚਮੁੱਚ ਨਿਰਾਸ਼ਾ ਦੇ ਘੇਰੇ ਵਿੱਚ ਜਾ ਰਹੇ ਸਾਂ। ਕਦੇ ਸੋਚਿਆ ਨਹੀਂ ਸੀ ਕਿ ਅਜਿਹੇ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜਿਹਦੇ 'ਚ ਕੇਂਦਰ ਸਰਕਾਰ ਦੀ ਨੀਤੀਆਂ ਪੰਜਾਬ ਦਾ ਜਨ ਜੀਵਨ ਬਿਲਕੁਲ ਤਬਾਹ ਕਰਕੇ ਰੱਖ ਦੇਗੀ। ਹੁਣ ਮੈਨੂੰ ਹਜੇ ਬਿਲਕੁਲ ਨਹੀਂ ਪਤਾ ਕਿ ਤੁਹਾਡੇ ਪ੍ਰੋਫੈਸਰ ਸਾਹਿਬਾਨ ਅੱਜ ਕੀ ਫੈਸਲਾ ਸੁਣਾਉਣ ਜਾ ਰਹੇ ਨੇ, ਪਰ ਮੈਂ ਵਾਅਦਾ ਕਰਦਾ ਜੇ ਇਹ ਮੁੜ ਕਾਲਜ ਨਾਲ ਜੁੜਨਾ ਚਾਹਣਗੇ ਤਾਂ ਸਾਡੇ ਵੱਲੋਂ ਇਸੇ ਵਕਤ ਬਹਾਲ ਕਰ ਦਿੱਤਾ ਜਾਏਗਾ। ਪਰ ਚਾਰੋਂ ਪ੍ਰੋਫੈਸਰ ਸਾਹਿਬਾਨਾਂ ਨੂੰ ਆਪਣੇ ਵਿਚਾਰ ਮੌਜੂਦਾ ਹਾਲਾਤਾਂ ਬਾਰੇ ਦੇਣੇ ਪੈਣਗੇ, ਕਿਉਂਕਿ ਸਮੁੱਚੇ ਸਿੱਖਿਆ ਜਗਤ ਨਾਲ ਜੁੜਿਆ ਮਸਲਾ ਹੈ। ਇਸ ਲਈ ਸਾਡੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ। ਸਭ ਤੋਂ ਪਹਿਲੇ ਡਾਕਟਰ ਸਰਬਜੀਤ ਕੌਰ ਜੀ ਉੱਠ ਕੇ ਆਉਣ ਤੇ ਆਪਣੇ ਵਿਚਾਰ ਦੇਣ। ਸਰਬਜੀਤ ਕੌਰ ਸਾਰੇ ਵਿਦਿਆਰਥੀਆਂ ਨੂੰ ਗੌਰ ਨਾਲ ਵੇਖਦੀ ਹੋਈ ਹਲੀਮੀ ਭਰੀ ਸੁਰ ਵਿੱਚ ਆਪਣੀ ਗੱਲ ਸ਼ੁਰੂ ਕਰਨ ਲੱਗੀ। ਕਹਿੰਦੀ, ਹਾਜ਼ਰ ਵਿਦਿਆਰਥੀ ਤੇ ਕਾਲਜ ਦੇ ਸਤਿਕਾਰਤ ਉਸਤਾਦ ਸਾਹਿਬਾਨੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਮਾਂ ਕੱਢ ਕੇ ਸਾਨੂੰ ਸੁਣਨ ਦਾ ਮੌਕਾ ਚੱਕਿਆ। ਵੈਸੇ ਕਿੰਨੀ ਵੱਡੀ ਕੁਰਬਾਨੀ ਹੈ ਨਾ ਸਾਡੀ ਕਿ ਸਾਡੇ ਹੱਕ 'ਚ ਧਰਨੇ, ਰੋਸ ਮੁਜ਼ਾਹਰੇ, ਮਿਹਣੇ, ਦੋਸ਼, ਇਲਜ਼ਾਮ ਕਿੰਨਾ ਕੁਝ ਹੈ ਜਿਹਦੇ 'ਚ ਆਪਾਂ ਰੁੱਝੇ ਹੋਏ ਹਾਂ। ਮੇਰੇ ਹਜੇ ਵੀ ਜ਼ੁਬਾਨੀ ਰੱਟੇ ਪਏ ਨੇ ਉਹ ਨਾਮ ਜਿਹੜੇ ਮੇਰੇ ਕਲਾਸ ਵਿੱਚ ਲੈਕਚਰ ਸੁਣਨ ਆਉਂਦੇ ਸੀ।
ਗੇਟ ਉੱਤੇ ਜਦੋਂ ਅਸੀਂ ਪਹੁੰਚੇ ਤਾਂ ਇੱਕ ਆਵਾਜ਼ ਮੇਰੇ ਕੰਨੀ ਪਈ ਕਿ ਪੜ੍ਹਾਈ ਨਹੀਂ ਚੱਲੇਗੀ। ਇਹੀ ਸੀ ਨਾ। ਤੇ ਇਹ ਕਹਿਣ ਵਾਲੇ ਵਿਦਿਆਰਥੀ ਸਹਿਬਾਨ ਮੇਰੇ ਪੜ੍ਹਾਏ ਜਾਣ ਵਾਲੇ ਵਿਸ਼ੇ ਵਿੱਚ ਪੜ੍ਹਦੇ ਨੇ ਤੇ ਮੇਰੀ ਕਲਾਸ ਵਿੱਚ ਇਹਨਾਂ ਦੀ ਹਾਜ਼ਰੀ 5% ਹੀ ਸੀ। ਤੇ ਜਿਹੜੇ ਪੂਰੇ ਲੈਕਚਰ ਸੁਣਦੇ ਆਏ ਨੇ ਉਹ ਮੁਜ਼ਾਹਰੇ ਵਿੱਚ ਹਾਜ਼ਰ ਹੀ ਨਹੀਂ। ਕੀ ਉਹ ਸਤਿਕਾਰ ਨਹੀਂ ਕਰਦੇ ਮੇਰਾ, ਜਾਂ ਉਹਨਾਂ ਦੇ ਕਹਿਣ ਉੱਤੇ ਹੀ ਅਸੀਂ ਕਾਲਜ ਛੱਡੇ ਨੇ? ਬਾਹਰ ਕੀ ਹੋ ਰਿਹਾ ਹੈ? ਬੱਚਿਓ, ਅਸੀਂ ਅਧਿਆਪਕ ਪੂਰੇ ਦਾ ਪੂਰਾ ਸਿਸਟਮ ਨਹੀਂ ਆ। ਇਹ ਗੱਲ ਕਿਉਂ ਨਹੀਂ ਤੁਸੀਂ ਸਮਝਦੇ? ਸਾਡੇ ਹੱਥ ਸਿਰਫ ਤੇ ਸਿਰਫ ਤੁਹਾਨੂੰ ਸਿਸਟਮ ਵੱਲੋਂ ਦਿੱਤੇ ਸਮਾਨ ਦੀ ਵਕਾਲਤ ਕਰਨ ਤੇ ਪੈਸਾ ਲੈਣਾ ਹੀ ਹੈ। ਉਦੋਂ ਵੱਧ ਅਸੀਂ ਕਿਸੇ ਪ੍ਰਤੀ ਕੋਈ ਹੱਕ ਨਹੀਂ ਰੱਖਦੇ। ਤੁਸੀਂ ਸਾਡੇ ਕੋਲ ਨਹੀਂ, ਇਸ ਸਿਸਟਮ ਦੀ ਫੀਸਾਂ ਭਰ ਕੇ ਇਹਨਾਂ ਅਦਾਰਿਆਂ ਵਿੱਚ ਪੜ੍ਹਨ ਆਉਂਦੇ ਹੋ। ਇਸ ਵਿੱਚ ਕੌਣ ਕਦੋਂ ਕਿੱਧਰ ਗਿਆ, ਇਸ ਦਾ ਅਖਤਿਆਰ ਤੁਹਾਡੇ ਕੋਲ ਕਿਹਨੇ ਦਿੱਤਾ? ਕੀ ਕੋਈ ਜਵਾਬ ਦੇ ਸਕਦਾ? ਬਸ ਇਸ ਤੋਂ ਵੱਧ ਮੈਂ ਕੁਝ ਵੀ ਨਹੀਂ ਕਹਿਣਾ ਚਾਹਾਂਗੀ, ਕਿਉਂਕਿ ਤੁਹਾਨੂੰ ਕੁਝ ਵੀ ਕਹਿਣ ਦਾ ਹੱਕ ਅਸੀਂ ਅਸਤੀਫਾ ਦੇ ਕੇ ਅਦਾਰੇ ਨੂੰ ਸੌਂਪ ਦਿੱਤਾ ਹੈ ਅਤੇ ਸਾਡਾ ਹੁਣ ਵੀ ਉਸ ਫੈਸਲੇ ਉੱਤੇ ਮੁੜ ਵਿਚਾਰ ਕਰਨ ਦਾ ਕੋਈ ਇਰਾਦਾ ਨਹੀਂ। ਤੁਹਾਡੇ ਵਾਸਤੇ ਆਖਰੀ ਸੁਨੇਹਾ, ਜਿਸ ਕਿਸੇ ਨੂੰ ਵੀ ਰੋਸ ਮੁਜ਼ਾਹਰਿਆਂ ਦੀ ਪਰਿਭਾਸ਼ਾ ਜਾਣਨ ਦਾ ਚਾਅ ਜਾਗੇ, ਉਹ ਪਰਸੋਂ ਨੂੰ ਅਨੰਦਪੁਰ ਸਾਹਿਬ ਜਨਤਕ ਕਚਹਿਰੀ ਵਿੱਚ ਆ ਜਾਇਓ। ਤੁਹਾਡੇ ਅੰਦਰ ਭਾਵੇਂ ਹੁੱਲੜਬਾਜ਼ੀ ਦੇ ਸ਼ੈਤਾਨ ਹੋਣ ਤੇ ਭਾਵੇਂ ਕੱਚੀ ਸਿਆਸਤ ਦੇ ਕੀੜੇ, ਉੱਥੇ ਤਸੱਲੀ ਨਾਲ ਪਤਾ ਲੱਗ ਜਾਏਗਾ ਕਿ ਤੁਸੀਂ ਵੱਡੇ ਗੁਨਾਹਗਾਰਾਂ ਅੱਗੇ ਕਿਹੜੀ ਹਸਤੀ ਰੱਖਦੇ ਹੋ। ਇਹਨਾਂ ਲਫ਼ਜ਼ਾਂ ਨਾਲ ਆਪ ਸਭ ਦਾ ਮੈਂ ਸ਼ੁਕਰੀਆ ਕਰਦੀ ਹਾਂ। ਜਵਾਨੀਆਂ ਮਾਣੋ, ਇਲਮ ਦੇ ਲਿਹਾਜ਼ ਬਰਕਰਾਰ ਰਹਿਣ। ਸਰਬਜੀਤ ਮੰਚ ਤੋਂ ਪਾਸੇ ਹੋ ਗਏ। ਪ੍ਰੋਫੈਸਰ ਤਰਨਜੀਤ ਸਿੰਘ ਦੀ ਵਾਰੀ ਆਈ। ਮਜਲਿਸ ਵਿੱਚ ਹਲਚਲ ਵਧਣ ਲੱਗ ਪਈ, ਕਿਉਂਕਿ ਤਰਨਜੀਤ ਸਿੰਘ ਇੱਕੋ ਇੱਕ ਅਜਿਹਾ ਨਾਮ ਸੀ ਜਿਹਦੇ ਦੁਆਲੇ ਸਿਆਸੀ ਪਾਰਟੀਆਂ ਦਾ ਜ਼ੋਰ ਲੱਗਦਾ ਆ ਰਿਹਾ ਸੀ ਕਿ ਕਿਵੇਂ ਇਹਨੂੰ ਆਪਣੇ ਵੱਲ ਕਰੀਏ। ਤਰਨਜੀਤ ਸਿੰਘ ਦੇ ਬੋਲਣ ਤੋਂ ਪਹਿਲਾਂ ਚਾਂਸਲਰ ਨੇ ਸਵਾਲ ਕੀਤਾ, ਪ੍ਰੋਫੈਸਰ ਸਾਹਿਬ, ਕੀ ਤੁਹਾਡਾ ਇਸ ਕੂਣੀ ਮੋੜ ਉੱਤੇ ਪੰਜਾਬ ਵਿਰੋਧੀ ਹੋਣਾ ਜਾਇਜ਼ ਸੀ? ਤੁਹਾਨੂੰ ਆਪਣੇ ਹੱਥੀਂ ਆਪਣਾ ਰਾਜਨੀਤਿਕ ਭਵਿੱਖ ਤਬਾਹ ਕਰਦਿਆਂ ਵੇਖ ਕੇ ਹਰ ਜ਼ਮੀਰ ਵਾਲੇ ਨੂੰ ਦੁੱਖ ਹੋ ਰਿਹਾ। ਤਰਨਜੀਤ ਸਿੰਘ ਕਹਿਣ ਲੱਗੇ, ਕਿਹੜੇ ਜ਼ਮੀਰ ਵਾਲੇ ਦੀ ਗੱਲ ਕਰਦੇ ਪਏ ਹੋ ਪ੍ਰੋਫੈਸਰ ਸਾਹਿਬ? ਸਾਹਮਣੇ ਬੈਠੇ ਮੁਜ਼ਾਹਰੇ ਵਾਲੇ ਵਿਦਿਆਰਥੀਆਂ ਵੱਲ ਇਸ਼ਾਰਾ ਕਰਦੇ ਹੋਏ ਤਰਨਜੀਤ ਸਿੰਘ ਕਹਿਣ ਲੱਗੇ, ਇਹਨਾਂ ਵਰਗੇ ਜ਼ਮੀਰ ਵਾਲਿਆਂ ਦੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮੁੱਦਾ ਹੈ ਕੀ। ਪੰਜਾਬ ਦਾ ਫੈਸਲਾ ਪਰਸੋਂ ਅਨੰਦਪੁਰ ਵਿੱਚ ਆ ਕੇ ਵੇਖਿਓ। ਇੱਥੇ ਸਿਰਫ ਮੇਰੇ ਪੱਖ ਦੀ ਦਲੀਲ ਗੂੰਜੇਗੀ, ਤੁਹਾਡਾ ਪੱਲਾ ਭਾਰੀ ਨਹੀਂ ਹੋਣ ਦਿੱਤਾ। ਇਸ ਲਈ ਇਹ ਮੁੱਦਾ ਜ਼ਰਾ ਥੰਮ ਕੇ ਰੱਖੋ। ਰਾਜਨੀਤਿਕ ਮਾਹਰ ਤੇ ਸਮੂਹ ਸਟਾਫ ਨੂੰ ਉਚੇਚੀ ਬੇਨਤੀ ਹੈ ਕਿ ਉਸ ਮਜਲਿਸ ਦੀ ਹੋਣ ਵਾਲੀ ਟੀਵੀ ਕਵਰੇਜ ਸਾਰੇ ਕਾਲਜਾਂ ਵਿੱਚ ਜ਼ਰੂਰ ਲਗਵਾਈ ਜਾਏ। ਬਾਕੀ ਇੱਕ ਸਲਾਹ ਦੇਣ ਲਈ ਇੱਥੇ ਬੋਲਣ ਆਇਆ। ਇਹ ਮੁਜ਼ਾਹਰੇਦਾਰੀ ਜ਼ਰੂਰ ਗੌਰ ਕਰਨ। ਮੈਂ ਪੰਜਾਬ ਦੇ ਹੱਕ ਵਿੱਚ ਹਾਂ ਜਾਂ ਵਿਰੋਧ ਵਿੱਚ, ਇਹ ਪੰਜਾਬ ਦੇ ਅਵਾਮ ਨੂੰ ਐਲਾਨ ਕਰਨ ਦਿਓ। ਪਰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਿਫਰਨਾਮਾ ਪੜ੍ਹਨ ਦੀ ਜ਼ਹਿਮਤ ਚੱਕ ਲਿਓ। ਅਜੋਕੇ ਹਾਲਾਤਾਂ ਦਾ ਕੋਈ ਪਾਤਰ ਚਿਤਰਣ ਨਹੀਂ, ਪੂਰਾ ਕਾਲਾ ਚਿੱਠਾ ਲਿਖਿਆ ਗਿਆ। ਪੜ੍ਹੋ, ਸਮਝੋ, ਫਿਰ ਜਿਵੇਂ ਤੁਹਾਨੂੰ ਸਹੀ ਲੱਗੇ ਉਵੇਂ ਕਰਿਓ। ਜਿੱਥੋਂ ਤੱਕ ਸਵਾਲ ਮੇਰਾ ਬਚਦਾ ਉਹਦਾ ਜਵਾਬ ਸਿਰਫ ਇੰਨਾ ਹੈ, ਇਨਸਾਫ ਤੇ ਬੇਇਨਸਾਫੀ ਜੋ ਮਰਜ਼ੀ ਹੋਵੇ, ਪਰ ਸਾਡੇ ਵੱਲੋਂ ਕੋਈ ਵੀ ਬੰਦਾ ਤੁਹਾਡੇ ਅੱਗੇ ਨਾਲ ਖੜਨ ਜਾਂ ਆਪਣੀ ਜ਼ਿੰਦਗੀ ਦੇ ਕੰਮਕਾਰ ਛੱਡ ਕੇ ਜੂਝਣ ਨਹੀਂ ਸੱਦਣ ਲੱਗੇ। ਫਿਲਹਾਲ ਇੰਨਾ ਕਹਿੰਦੇ ਹੋਏ ਫੈਸਲਾ ਦੁਹਰਾ ਦੇਵਾਂ, ਡਾਕਟਰੇਟ ਡਿਗਰੀ ਤੇ ਨੌਕਰੀ ਦੋਵੇਂ ਹੀ ਡਿਪਾਰਟਮੈਂਟ ਨੂੰ ਸੌਂਪ ਆਏ ਹਾਂ। ਇਹ ਫੈਸਲਾ ਸਾਡਾ ਨਿੱਜੀ ਹੈ ਤੇ ਸਾਡੇ ਤੱਕ ਸੀਮਿਤ ਹੈ। ਧੰਨਵਾਦ। ਤਰਨਜੀਤ ਦੇ ਉੱਤਰਦਿਆਂ ਮਾਹੌਲ ਗਰਮੀ ਖਾ ਰਿਹਾ ਸੀ, ਪਰ ਪ੍ਰਦੀਪ ਦੇ ਖੜੇ ਹੋਣ ਸਮੇਂ ਕੁਝ ਕੁ ਸ਼ਾਂਤੀ ਫੇਰ ਹੋਈ। ਉਮੀਦ ਸੀ ਕਿ ਉਹ ਕੁਝ ਖਾਸ ਬੋਲੇਗੀ। ਉਹ ਕਹਿੰਦੀ, ਮੈਂ ਸਮਝਦੀ ਹਾਂ ਬਹੁਤਾ ਤੁਹਾਡਾ ਸਮਾਂ ਲੈਣਾ ਹੁਣ ਹੋਰ ਵੀ ਔਖਾ ਜਾਪ ਰਿਹਾ। ਮੈਨੂੰ ਨਹੀਂ ਪਤਾ ਕੀ ਬੋਲਣਾ ਚਾਹੀਦਾ ਜਾਂ ਇੱਥੇ ਕਿੰਨਾ ਕੁ ਬੋਲਣਾ ਸਹੀ ਹੋਏਗਾ, ਪਰ ਆਖਰੀ ਵਾਰ ਇਹੀ ਕਹਾਂਗੀ, ਸਿਫਰਨਾਮਾ ਤੁਹਾਡੇ ਜਾਣਨ, ਪੜ੍ਹਨ ਤੇ ਸਮਝਣ ਲਈ ਉਲੀਕਿਆ ਗਿਆ ਇੱਕ ਕਿੱਸਾ ਹੈ। ਸਾਡੇ ਸਹੀ ਗਲਤ ਹੋਣ ਦੇ ਫੈਸਲੇ ਨਹੀਂ। ਤੁਹਾਡੇ ਸਭ ਦੇ ਹੱਥ ਨੇ। ਸਜ਼ਾਵਾਂ ਲਈ ਅਸੀਂ ਤਿਆਰ ਹਾਂ, ਜੋ ਮਰਜ਼ੀ ਸਜ਼ਾ ਚੁਣੋ। ਇੱਕ ਪ੍ਰੋਫੈਸਰ ਉੱਠ ਕੇ ਬੋਲਿਆ, ਪਰ ਪ੍ਰੋਫੈਸਰ ਤੋਂ ਪਹਿਲੇ ਵਿਦਿਆਰਥੀ ਹੀ ਬੋਲ ਪਏ ਕਿ ਮੈਡਮ, ਜੇ ਸਜ਼ਾ ਲਈ ਤਿਆਰ ਹੋ ਤਾਂ ਅਦਾਲਤ ਤੋਂ ਜ਼ਮਾਨਤ ਦੀ ਭੀਖ ਕਿਉਂ ਮੰਗੀ? ਤੁਸੀਂ ਸਭ ਨੇ ਜੇਲ੍ਹ 'ਚ ਹੀ ਰਹਿੰਦੇ, ਫਿਰ ਇਨਸਾਫ ਉੱਥੇ ਉਡੀਕਦੇ।
ਬੇਟਾ ਅਸੀਂ ਇਨਸਾਫ ਮੰਗਣ ਨਹੀਂ ਆਏ ਬਾਹਰ ਆਉਣ ਦਾ ਮਕਸਦ ਤੁਹਾਨੂੰ ਆਨੰਦਪੁਰ ਜਾ ਕੇ ਜਾਂ ਸਿਫਰਨਾਮਾ ਪੜ੍ਹ ਕੇ ਹੀ ਪਤਾ ਲੱਗਣਾ। ਐਵੇਂ ਨਾ ਪੁੱਛੋ, ਕੋਸ਼ਿਸ਼ ਕਰੋ ਸਵਾਲਾਂ ਦੇ ਜਵਾਬ ਆਪ ਲੱਭਣ ਦੀ। ਅਸੀਂ ਤਾਂ ਹੁਣ ਬੋਲਣਾ ਹੀ ਹੈ ਜਿਸ ਵਕਤ ਵਾਰੀ ਆਈ। ਮੇਰਾ ਸਬਰ ਇੰਨਾ ਵੱਧ ਨਹੀਂ ਹੈ ਕਿ ਜੋ ਮੈਂ ਕਹਿਣਾ ਚਾਹੁੰਦੀ ਹਾਂ ਉਹਨੂੰ ਮੈਂ ਸੰਭਾਲ ਲਵਾਂ, ਅਤੇ ਮੇਰਾ ਮੰਨਣਾ ਇਹ ਹੈ ਤੁਹਾਡੇ ਵਿੱਚੋਂ ਕੋਈ ਵੀ ਹੱਕਦਾਰ ਨਹੀਂ ਮੇਰੀ ਉਸ ਗੱਲ ਦਾ ਜਵਾਬ ਦੇਣ ਦੇ। ਮਾफ़ੀ ਚਾਹਾਂਗੀ। ਬਾਕੀ ਜਿਹੜੇ ਫੈਸਲੇ ਨੂੰ ਇਕੱਲੇ ਤੋਂ ਸੁਣਨ ਲਈ ਚਾਂਸਲਰ ਸਾਹਿਬ ਖੁਦ ਹਾਜ਼ਰ ਹੋਏ ਨੇ, ਉਹ ਮੁੜ ਸੁਣ ਲੈਣ ਕਿ ਅਸੀਂ ਇੱਥੋਂ ਫਾਰਗ ਹੋ ਚੁੱਕੇ ਹਾਂ। ਸਮਝ ਗਏ? ਪ੍ਰਦੀਪ ਦੇ ਤਲਖ ਸੁਰ ਉੱਤੇ ਹੋਣ 'ਤੇ ਹੁਣ ਕਈਆਂ ਨੂੰ ਇਤਰਾਜ਼ ਹੋ ਗਿਆ। ਪੰਜਾਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਦਾ ਤਿੱਖਾ ਸਵਾਲ ਸੀ, ਮੈਨੂੰ ਲੱਗਦਾ ਤੁਸੀਂ ਆਪਣੀ ਸਫਾਈ ਦੇਣ ਦੀ ਬਜਾਏ ਆਪਣੀ ਕਿਤਾਬ ਦੀ ਪ੍ਰਮੋਸ਼ਨ ਕਰਨ ਵਾਸਤੇ ਬੁਲਾਏ ਆ, ਅਤੇ ਅਸੀਂ ਬਿਨਾਂ ਬੁਲਾਏ ਮਹਿਮਾਨ ਆ ਇਸ ਅਸਹਿਤਕ ਰੌਲੇ ਵਿੱਚ। ਪ੍ਰਦੀਪ ਮੁੜ ਸਟੇਜ ਵੱਲ ਮੁੜਨ ਲੱਗੀ ਗੁੱਸੇ 'ਚ, ਪਰ ਚਰਨਪ੍ਰੀਤ ਨੇ ਇਸ਼ਾਰਾ ਕੀਤਾ। ਉਹ ਵਾਪਸ ਆਪਣੀ ਥਾਂ 'ਤੇ ਆਣ ਖੜ੍ਹ ਗਈ। ਹੁਣ ਸਭ ਦੀ ਨਜ਼ਰਾਂ ਚਰਨਪ੍ਰੀਤ ਸਿੰਘ ਵੱਲ ਆਣ ਖੜ੍ਹ ਗਈਆਂ। ਕਿਤਾਬ ਦਾ ਲੇਖਕ ਹੋਣ ਦੇ ਨਾਤੇ ਉਸ ਤੋਂ ਕਿਤਾਬ ਦਾ ਮਜ਼ਮੂਨ ਬਾਰੇ ਬੋਲੇ ਜਾਣ ਦੀ ਆਸ ਤਾਂ ਸੀ ਹੀ। ਚਰਨਪ੍ਰੀਤ ਵੀ ਬੱਚਿਆਂ ਵੱਲ ਓਪਰੀ ਨਿਗਾਹ ਮਾਰਦਾ ਹੋਇਆ ਹਾਲ ਦੀਆਂ ਕੰਧਾਂ, ਥੰਮ ਤੇ ਛੱਤ ਵੇਖਦਾ ਰਿਹਾ। ਫਿਰ ਬੋਲਿਆ, ਵੇਖ ਰਿਹਾ ਸਾਡੀ ਮੁਸ਼ਕਲਾਂ ਦੇ ਥੰਮ ਤੁਹਾਡੀ ਸੋਚ ਦੇ ਮੁੱਖ ਕੇਂਦਰ ਵਿੱਚ ਜੜ ਬੈਠਕ ਲਗਾਈ ਬੈਠੇ ਨੇ। ਗੱਲ ਕਿੱਥੋਂ ਸ਼ੁਰੂ ਕਰਾਂ? ਮੈਂ ਕਾਲਜ ਦੇ ਉਸਤਾਦ ਸਾਹਿਬਾਨਾਂ ਤੋਂ, ਆਪਣੇ ਬਾਕੀ ਉਸਤਾਦਾਂ ਤੋਂ ਮਾफ़ੀ ਚਾਹੁੰਦਾ। ਮੈਂ ਵਾਕਈ ਦਿਲੋਂ ਸ਼ਰਮਿੰਦਾ ਹਾਂ ਕਿ ਉਹ ਸਾਰੇ ਸਿਰਫ ਆਪਣੀ ਗੱਲ ਤੱਕ ਸੀਮਤ ਰਹਿ ਗਏ। ਤੁਹਾਡੀ ਗੱਲ ਨਾਲ ਸਾਡੇ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ। ਹੁਣ ਮੈਂ ਇਸ ਤੋਂ ਪਹਿਲਾਂ ਕਿ ਮੁੱਦੇ ਵੱਲ ਆਵਾਂ, ਬੜਾ ਸ਼ੁਕਰਗੁਜ਼ਾਰ ਹਾਂ ਸਵਾਲ ਖੜ੍ਹੇ ਕਰਨ ਵਾਲਿਆਂ ਦਾ, ਜਿਨ੍ਹਾਂ ਸਦਕਾ ਮੈਨੂੰ ਹੁਣ ਉਹ ਕੁਝ ਵੀ ਬੋਲਣਾ ਪਏਗਾ ਜਿਹਨੂੰ ਪ੍ਰਦੀਪ ਨੇ ਸੰਕੋਚ ਲਿਆ। ਸੋ ਹੁਣ ਗੱਲ ਸ਼ੁਰੂ ਕਰਦੇ ਹਾਂ ਸਾਡੇ ਪੰਜਾਬੀ ਡਿਪਾਰਟਮੈਂਟ ਵਾਲਿਆਂ ਦੇ ਸਵਾਲ ਤੋਂ, ਜਿਨ੍ਹਾਂ ਮੁਤਾਬਕ ਅਸੀਂ ਆਪਣੀ ਕਿਤਾਬ ਦੀ ਪ੍ਰਮੋਸ਼ਨ ਕਰਦੇ ਪਏ ਹਾਂ। ਮੁੱਦਾ ਕੀ ਚੱਲਦਾ ਪਿਆ ਆਪਣਾ? ਸਾਡੇ ਕੋਲ ਦੂਸ਼ਣ ਲਾਉਣ ਨੂੰ ਪੂਰੀ ਖੁੱਲ੍ਹ ਹੁੰਦੀ ਹੈ, ਪਰ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਇਹ ਕਿਤਾਬ ਪਹਿਲਾਂ ਹੀ ਕਿਸੇ ਹੋਰ ਵੱਲੋਂ ਪਈ ਸੀ। ਕਿਸੇ ਨੂੰ ਖਬਰ ਹੈ? 1.5 ਵਰ੍ਹੇ ਪਹਿਲੋਂ ਤੋਂ ਇਹ ਕਿਤਾਬ ਪਈ ਸੀ ਜਿਹੜੀ ਮੇਰੇ ਹੱਥ ਆਈ। ਮੂਲ ਲੇਖਕ ਦਾ ਨਾਂ ਜਾਣਨਾ ਚਾਹੋਗੇ? ਸਾਰੇ ਸਵਾਲੀਆ ਸਹਿਮਤੀ ਨਾਲ ਉਹਦੇ ਵੱਲ ਵੇਖਣ ਲੱਗ ਗਏ। ਚਰਨਪ੍ਰੀਤ ਬੋਲਿਆ, ਪਰ ਤੁਸੀਂ ਜਾਣ ਕੇ ਕਰੋਗੇ ਕੀ? ਲੇਖਕ ਨੂੰ ਹਾਰ ਪਾਓਗੇ? ਕੰਡੇ ਤੇ ਸੂਲਾਂ ਉਹਦੇ ਰਾਹ ਧਰੀਆਂ ਹੀ ਪਈਆਂ, ਬੇੜੀਆਂ 'ਚ ਜਕੜਿਆ ਕਿਸੇ ਅਵਾਰਾ ਪਸ਼ੂ ਵਾਂਗ। ਕੀ ਤੁਹਾਡੇ ਤੋਂ ਕਾਨੂੰਨ ਦੇ ਵਿਦਿਆਰਥੀ ਇਹ ਜਾਣਦੇ ਨੇ ਕਿ ਇੰਨੇ ਸਖਤ ਰੂਪ ਦੇ ਕੈਦ ਲਈ ਹੁਕਮ ਕਿਹਨਾਂ ਗੁਨਾਹਾਂ ਲਈ ਹੁੰਦੇ ਨੇ? ਜੇਲ੍ਹਾਂ ਤਾਂ ਪਾਕਿਸਤਾਨ ਦੀਆਂ ਭੰਨੀਆਂ ਸੀ ਉਹਨੇ, ਬੇੜੀਆਂ ਇੱਥੇ ਕਿਉਂ? ਸਰਹੱਦ ਪਾਰ ਕਰਨ ਦੇ ਕੀ ਕਾਰਨ ਸਨ? ਕਾਨੂੰਨ ਵੀ ਕੀ ਕਹਿ ਰਿਹਾ? ਇਹ ਸਾਰਾ ਕੁਝ ਲਿਖ ਕੇ ਬਾਹਰ ਆ ਗਿਆ। ਕਿਸੇ ਨੇ ਗੌਰ ਕੀਤਾ? ਅਸਾਹਿਤ ਹੀ ਹੈ ਨਾ ਇਹ। ਸਾਹਿਤ ਤਾਂ ਉਹ ਹੁੰਦਾ ਜਿਹੜਾ ਸਾਰੀ ਲੁਕਾਈ ਨੂੰ ਅਫੀਮ ਦੇ ਨਸ਼ੇ ਵਿੱਚ ਸੁਆ ਦੇਵੇ, ਕਿ ਨਹੀਂ? ਸਾਡਾ ਸਾਹਿਤ ਤਾਂ ਕਾਫੀਏ ਰਦੀਬ ਦੇ ਮੇਚ ਭਾਲਦਾ, ਇਸ਼ਕ, ਇਬਾਦਤ, ਇਨਕਲਾਬ ਦੇ ਸੁਪਨਿਆਂ ਵਿੱਚ ਗਵਾਚਣ ਵਾਸਤੇ ਬਣਿਆ ਨਾ। ਜੇ ਇਸ ਸਭ ਵਿੱਚ ਜੇਕਰ ਸਾਡੀ ਅਸਾਹਿਤਕ ਗੱਲ ਹੈ, ਫਿਰ ਤਾਂ ਸਾਨੂੰ ਸਾਹਿਤ ਦੇ ਪੈਮਾਨੇ ਤੋਂ ਬਾਹਰ ਆ ਕੇ ਵੱਧ ਤਵੱਜੋ ਦੇਵੋ ਕਿ ਅਸੀਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ। ਹੁਣ ਇਹ ਗੱਲ ਤਾਂ ਸੰਭਵ ਨਹੀਂ ਨਾ ਕਿ ਅਸੀਂ ਲੜ ਕਿਸੇ ਹੋਰ ਵਜ੍ਹਾ ਉੱਤੇ ਰਹੇ ਹੋਈਏ ਤੇ ਬੋਲੀਏ ਕੁਝ ਹੋਰ। ਤੁਹਾਡੇ ਡਿਪਾਰਟਮੈਂਟ ਦੀ ਤਾਰੀਫ ਕਰਨ ਲੱਗੇ ਤੇ ਨਖੇਦੀ ਕਰਨ ਲੱਗਿਆਂ ਮੈਂ ਕਦੇ ਨਹੀਂ ਕਿਹਾ ਕਿ ਮੈਂ ਕੈਨੇਡਾ ਦਾ ਜੰਪਲ ਹਾਂ। ਪੜ੍ਹਾਈ ਵੀ ਉੱਥੋਂ ਦੀ ਕੀਤੀ ਹੈ। ਤੁਹਾਡੇ ਇੱਥੋਂ ਦੇ ਨਿਜ਼ਾਮ ਬਾਰੇ ਜਾਣਨ ਹੀ ਆਇਆ। ਮਿਲ ਕੀ ਰਿਹਾ? ਜੇਲ੍ਹ। ਤੁਸੀਂ ਜਿਹੜੇ ਮੂਰਲੀ ਕਤਾਰ ਵਿੱਚ ਬੈਠੇ ਹੋ, ਤੁਹਾਡਿਆਂ ਤੋਂ ਬਹੁਤਿਆਂ ਦੀ ਤਿਆਰੀ ਉਸ ਮੁਲਕ ਜਾਣ ਦੀ ਹੈ ਜਿੱਥੋਂ ਦੀ ਮਿੱਟੀ 'ਚੋਂ ਪਲ ਕੇ ਮੈਂ ਆਇਆ। ਕਦੇ ਤੁਲਨਾ ਕੀਤੀ ਮੈਂ ਉੱਥੋਂ ਨਾਲ? ਖੇਡ ਤੁਹਾਡੀ, ਖਿਡਾਰੀ ਤੁਹਾਡੇ, ਸਜ਼ਾ ਤੁਹਾਡੀ, ਨਜ਼ਾਰੇ ਤੁਹਾਡੇ। ਹੁਣ ਜੇ ਮੈਂ ਕੈਨੇਡਾ ਮੁੜ ਗਿਆ ਤਾਂ ਫਿਰ ਤੁਹਾਡਾ ਨਿਜ਼ਾਮ ਕਿਹੜਾ ਬਦਲਣਾ? ਹੁਣ ਇਹ ਸਾਰੀ ਗੱਲ ਨੂੰ ਦੁਬਾਰਾ ਸੋਚਿਓ। ਜੇ ਮੇਰੇ ਹੋਣ ਨਾ ਹੋਣ ਨਾਲ ਫਰਕ ਹੀ ਹੈ ਨਹੀਂ, ਫਿਰ ਕਿਸ ਗੱਲ ਦਾ ਹੇਜ਼ ਜਤਾ ਕੇ ਰੋਸ ਮੁਜ਼ਾਹਰਾ ਕਰ ਰਹੇ ਸੀ? ਸਿਰਫ ਇਹ ਸੋਚ ਕੇ ਕਿ ਮੇਰੀ ਧੁਰ ਪਾਰ ਸਮੁੰਦਰੋਂ ਸਿਫਾਰਿਸ਼ ਆਉਣੀ ਹੀ ਹੈ, ਆਪਣਾ ਅਕਸ ਬਣਾਵੋ। ਇਹੀ ਹੈ ਨਾ? ਇਹ ਤੁਹਾਡੀ ਸਿੱਖਿਆ ਦੀ ਸਭ ਤੋਂ ਹੇਠਲੀ ਪੱਧਰ ਦੀ ਪਹੁੰਚ ਹੈ, ਜਿਸ ਦਾ ਤੁਹਾਡੇ ਘਾਣ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਹੈ ਤੇ ਬਹੁਤ ਵੱਡਾ ਹੱਥ ਹੈ। ਸੀਨੀਅਰ ਐਡਵੋਕੇਟ ਦਾ ਪਰਿਵਾਰ ਮਾਰਿਆ ਜਾਂਦਾ ਹੈ। ਬੱਚੇ ਕਿੱਧਰ ਗਵਾਚ ਗਏ, ਇਸ ਦੀ ਕਿਸੇ ਨੂੰ ਖਬਰ ਨਹੀਂ। ਜੇਲ੍ਹਾਂ 'ਚ ਕੌਣ ਸੜ ਰਹੇ, ਇਸ ਵੱਲ ਗੌਰ ਨਹੀਂ। ਤੁਹਾਡੇ ਕੀ ਖਿਆਲ ਨੇ? ਜੇਲ੍ਹਾਂ ਮੁਕਤੀ ਘਰ ਨੇ?
ਤੁਹਾਡੇ ਵੀਜ਼ੇ ਦਾ ਕਾਗਜ਼ ਨਾ ਆਉਣ, ਤੁਹਾਡਾ ਪਾਸਪੋਰਟ ਲਾਲ ਮੋਹਰ ਲਗਵਾ ਕੇ ਤੁਹਾਨੂੰ ਇੰਨੇ 'ਚ ਹੀ ਗੁਲਾਮੀ ਰਾਜ ਲੱਗਦਾ ਹੈ। ਆਤਮ ਹੱਤਿਆ ਵੱਲ ਦੌੜਦੇ ਹੋ। ਪਰ ਕਦੇ ਸੋਚਿਆ ਜਿਨ੍ਹਾਂ ਇਹਨਾਂ ਕਾਲਜਾਂ ਦੀ ਹੀ ਰਾਹਾਂ 'ਚੋਂ ਲੰਘੇ ਹੋਣ, ਅੱਜ ਉਹਨਾਂ ਦਾ ਕਿੱਸਾ ਐਦਾਂ ਲੱਗੇ ਜਿਵੇਂ ਕਲਪਨਾ ਘੜੀ ਹੋਵੇ। ਕਿਤੇ ਠੌਰ ਹੈ ਇਸ ਭਾਵਨਾ ਦੀ? ਤੇ ਇੱਧਰ ਸਾਡੇ ਸਤਿਕਾਰਤ ਸਾਹਿਬਾਨ ਜਿਹੜੇ ਪੜ੍ਹਨ ਤੋਂ ਪਹਿਲਾਂ ਹੀ ਉਸ ਕਿੱਸੇ ਨੂੰ ਅਸਾਹਿਤਕ ਕਰਾਰ ਦੇ ਰਹੇ ਨੇ। ਕੀ ਇਹਨਾਂ ਕੋਲ ਕੁਝ ਸੰਜੀਦਾ ਮਿਲ ਸਕਦਾ ਕਿਸੇ ਨੂੰ? ਇਸ ਮੌਜੂਦਾ ਪ੍ਰਣਾਲੀ ਵਿੱਚ ਕਿੰਨੀਆਂ ਕਮੀਆਂ ਨੇ? ਕੀ ਇਸ ਵਿਚਾਰਾਂ ਵੱਲ ਵੱਧਦਾ ਕਦਮ ਕਿਸੇ ਨੇ ਚੁੱਕਿਆ? ਕਿੰਨੇ ਅਧਿਆਪਕ ਨਲਾਇਕੀ ਦੇ ਆਲਮ ਵਿੱਚ ਸਿਫਾਰਸ਼ਾਂ ਦੇ ਦਮ ਉੱਤੇ ਨੌਕਰੀਆਂ ਲੈ ਕੇ ਕੱਲੀਆਂ ਤਨਖਾਹਾਂ ਦੇ ਵਾਧੇ ਘਾਟੇ ਦੀ ਜੰਗ ਚੱਲਦੀ ਹੈ। ਕੁਝ ਹੋਰ ਬਾਕੀ ਹੈ। ਲਿਖਾਰੀਆਂ ਦਾ ਹੜ੍ਹ ਆਇਆ ਪਿਆ ਪੰਜਾਬ ਵਿੱਚ, ਪਰ ਕੌਣ ਕਿਸ ਵਜ੍ਹਾ ਤੋਂ ਲਿਖ ਰਿਹਾ ਹੈ? ਮਕਸਦ ਕੀ ਨੇ? ਕੋਈ ਇਲਮ ਹੈ? ਪੰਜਾਬੀ ਭਾਸ਼ਾ ਦਾ ਮਿਆਰ ਕਿੱਥੇ ਤੱਕ ਨਿੱਘਰ ਚੁੱਕਿਆ ਹੈ? ਕੀ ਇਸ ਪੱਖੋਂ ਵਿਚਾਰਾਂ ਦੇ ਸੈਮੀਨਾਰ ਕਰਨ ਵਾਲੇ ਉਸਤਾਦਾਂ ਨੂੰ ਸਿਰਫ ਇੰਨੀ ਕਹਿਣ ਦੀ ਵੇਲ ਹੈ ਕਿ ਅਸੀਂ ਜੋ ਬੋਲ ਰਹੇ ਹਾਂ ਉਹਨੂੰ ਕਿਸੇ ਸਾਹਿਤ ਦੀ ਪ੍ਰੋੜਤਾ ਕਰਨ ਲਈ ਇੱਕ ਮਰਿਆਦਾ ਸਾਡੀ ਹੈ? ਅਸੀਂ ਤੇਗਾਂ ਨੂੰ ਹਾਲੇ ਨਮਸਕਾਰ ਕਰਕੇ ਚੱਲ ਰਹੇ ਹਾਂ। ਸਾਡੇ ਦਰਪੇਸ਼ ਵੰਗਾਰਾਂ ਕੁਝ ਹੋਰ ਨੇ। ਤੁਹਾਡੇ ਲਿਹਾਜ਼ ਨੌਜਵਾਨੀ ਨੂੰ ਅੱਜ ਬਲਦੀ ਦੇ ਮੂੰਹ ਪਾ ਦਿੱਤਾ ਹੈ, ਉਹਦੀ ਪੈਰਵੀ ਵੀ ਨਹੀਂ ਕਰਨੀ। ਮੌਜੂਦਾ ਹਾਲਾਤਾਂ ਵਿੱਚ ਸਾਡੇ ਅੱਗੇ ਜੋ ਵੀ ਸਵਾਲ ਨੇ, ਸਾਡੇ ਕੋਲ ਉਹਨਾਂ ਸਵਾਲਾਂ ਦੇ ਜਵਾਬ ਜੋ ਵੀ ਨੇ, ਉਹ ਇੱਕ ਵਾਰ ਫਿਰ ਤੋਂ ਸੁਣ ਲਓ। ਸਾਡੇ ਅਸਤੀਫੇ ਇਸ ਨਿਖੱਟੂ ਸਿਸਟਮ ਤੋਂ ਬਾਹਰ ਹੋਣ ਲਈ ਪੇਸ਼ ਹੋਏ ਨੇ ਤੇ ਹੁਣ ਹਮੇਸ਼ਾ ਲਈ ਕਾਇਮ ਰਹਿਣਗੇ। ਸਾਡੇ ਕਿਤਾਬ ਦੇ ਪੇਸ਼ ਕਰਨ ਦੇ ਕਾਰਨ ਪਰਸੋਂ ਸ਼ੁਰੂ ਹੋ ਰਿਹਾ ਸਮਾਗਮ ਹੈ। ਜਿਹਨੂੰ ਦਿਲਚਸਪੀ ਹੋਵੇ ਉਹ ਵੇਖ ਸੁਣ ਸਕਦਾ ਹੈ। ਤੇ ਆਖਰੀ ਗੱਲ ਸਾਹਿਤ ਤੇ ਅਸਾਹਿਤ ਦੀ। ਇਸ ਗੱਲ ਦਾ ਜਵਾਬ ਦੋ ਤਰ੍ਹਾਂ ਦੇ ਲੋਕ ਹੀ ਦੇ ਸਕਦੇ ਨੇ, ਜਿਨ੍ਹਾਂ ਨੇ ਅਧਿਐਨ ਕੀਤੇ ਹੋਏ ਗੁਣਾਂ ਨੂੰ ਸਾਡੇ ਦੁਆਰਾ ਦਫਨਾਉਣ ਦੇ ਦੁੱਖ ਨੂੰ ਹੰਢਾਇਆ ਹੈ, ਤੇ ਫਿਰ ਜਿਹੜੇ ਇਸ ਰਾਹ ਆਉਣੋਂ ਰੋਕੇ ਗਏ ਸਿਰਫ ਇਸ ਖਿਆਲੋਂ ਤਾਂ ਜੋ ਸਾਡੀ ਚੌਧਰਾਂ ਨਾ ਖੁੱਸ ਜਾਣ। ਇਨਸਾਫ ਤੁਹਾਡੇ ਹੱਥ ਲੱਭ ਸਕਦੇ ਹੋਏ ਤਾਂ ਲੱਭ ਲਿਓ। ਅਸੀਂ ਹੁਣ ਤੁਹਾਡਾ ਇੰਨਾ ਸਮਾਂ ਲੈਣ ਮਗਰੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ ਜੀ। ਆਖਰੀ ਵਾਰ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਮਨਜਿੰਦਰ ਸਿੰਘ ਦੀ ਆਈ ਆਖਰੀ ਵਾਰੀ, ਜਿਸ ਦੇ ਤੇਵਰ ਕਿਸੇ ਬਾਗੀ ਨਾਗ ਤੋਂ ਘੱਟ ਨਹੀਂ ਸੀ। ਉਹਦੀ ਫੁੰਕਾਰ ਵੀ ਸੁਣਾਈ ਦਿੰਦੀ ਪਈ ਸੀ, ਪਰ ਰੋਕਣ ਤੋਂ ਵੀ ਸਾਰੇ ਅਯੋਗ ਸਾਬਤ ਹੁੰਦੇ ਜਾ ਰਹੇ ਸੀ। ਉਹ ਕਹਿਣ ਲੱਗਾ, ਦੋਸਤੋ, ਤੁਸੀਂ ਸਾਰਿਆਂ ਨੇ ਮਸਲਾ ਸੁਣ ਹੀ ਲਿਆ ਹੁਣ, ਜਿੰਨਾ ਹੋ ਸਕਿਆ। ਫਿਲਹਾਲ ਲਈ ਸਭਾ ਹੁਣੇ ਖਤਮ ਕੀਤੀ ਜਾਂਦੀ ਹੈ, ਪਰ ਸਾਡੇ ਕਾਲਜ ਦੇ ਵਿਦਿਆਰਥੀ ਬਾਹਰ ਬਾਕੀ ਪਾਰਟੀਆਂ ਤੇ ਗਰੁੱਪਾਂ ਵੱਲੋਂ ਚੱਲ ਰਹੇ ਕਿਸੇ ਵੀ ਕਿਸਮ ਦੇ ਰੋਸ ਮੁਜ਼ਾਹਰੇ ਤੇ ਹੁੱਲੜਬਾਜ਼ੀਆਂ ਦੇ ਇਕੱਠ ਤੋਂ ਦੂਰੀ ਹੀ ਰੱਖਣਗੇ। ਹੁਣ ਕੱਲ੍ਹ ਨੂੰ ਤੁਸੀਂ ਸਾਰੇ ਹੀ ਮੇਰੇ ਜਾਂ ਸੁਰਮਣੀ ਦੇ ਕੋਲ ਆਪਣੇ ਨਾਮ ਲਿਖਵਾ ਸਕਦੇ ਹੋ। ਆਪਾਂ ਪਰਸੋਂ ਨੂੰ ਇੱਥੇ ਤੁਹਾਡੇ ਲਈ ਸਾਰੇ ਦਿਨ ਦਾ ਸਮਾਗਮ ਵੇਖਣ ਦਾ ਪ੍ਰਬੰਧ ਕਰ ਦਿਆਂਗੇ, ਪਰ ਵਾਰ-ਵਾਰ ਸਲਾਹ ਦਿਆਂਗਾ, ਕਿਸੇ ਵੀ ਕਿਸਮ ਦੀ ਅਫਵਾਹ ਤੇ ਗੁੰਮਰਾਹਕੁਨ ਬਿਆਨਬਾਜ਼ੀ ਨੂੰ ਨਾ ਆਪ ਤਵੱਜੋ ਦੇਣੀ ਹੈ, ਨਾ ਹੀ ਕਿਸੇ ਵੱਲ ਵਧਣਾ। ਫਿਲਹਾਲ ਸਾਡਾ ਮੁੱਖ ਮਕਸਦ ਪਰਸੋਂ ਦੇ ਉਹਨਾਂ ਧੜਿਆਂ ਦੇ ਫੈਸਲੇ ਨੂੰ ਵੇਖਣਾ ਹੈ, ਜਿਹੜੇ ਇਸ ਨਵੇਂ ਉਪਰਾਲੇ ਦੀ ਕਚਹਿਰੀ ਵਿੱਚ ਕੀ ਸਮਝਦੇ ਨੇ, ਇਹ ਜਾਣਨੇ। ਇਹ ਗੱਲ ਅੱਜ ਬਿਲਕੁਲ ਬੇਬਾਕ ਹੋ ਕੇ ਕਹਿਣ ਜਾ ਰਿਹਾ ਕਿ ਇਹ ਇਕੱਠ ਬਹੁਤ ਸਾਰੀਆਂ ਮੁਸ਼ਕਲਾਂ ਦਾ ਨਤੀਜਾ ਹੈ। ਖੁੱਲ੍ਹੀ ਕਚਹਿਰੀ ਵਿੱਚ ਜਾਂ ਤਾਂ ਤੁਹਾਡੇ ਵਰਗੇ ਲੋਕ ਹੋਣਗੇ ਜਿਹੜੇ ਸੱਚ ਝੂਠ ਦੀ ਕਸ਼ਮਕਸ਼ ਵਿੱਚ ਹੋਣਗੇ। ਦੂਜਾ ਵੱਡਾ ਇਕੱਠ ਕਿਸੇ ਮੁਜ਼ਾਹਰੇਦਾਰ ਭੀੜ ਦਾ ਹੋਏਗਾ, ਜਿਹੜਾ ਉੱਥੇ ਕੀ ਕੁਝ ਕਰ ਸਕਦਾ ਹੈ, ਇਸ ਦਾ ਅੰਦਾਜ਼ਾ ਬੀਤੇ ਦਿਨਾਂ ਤੋਂ ਕਿੰਨੀਆਂ ਕਿਸਾਨ ਯੂਨੀਅਨਾਂ, ਪੰਚਾਇਤ ਯੂਨੀਅਨਾਂ ਤੇ ਧਰਮ ਖੇਤਰ ਦੇ ਬੁਲਾਰਿਆਂ ਨੇ ਚੰਗੀ ਤਰ੍ਹਾਂ ਉਗਰ ਭਾਸ਼ਣ ਦੇ ਕੇ ਦੱਸ ਦਿੱਤਾ। ਪਰ ਫਿਰ ਵੀ ਡਰੀਏ ਨਾ, ਉੱਥੇ ਜੋ ਵੀ ਹੋਏਗਾ ਉਹਦੇ 'ਚ ਹੋਰ ਸਾਥ ਨਹੀਂ ਮੰਗਦਾ। ਸਿਰਫ ਉਸ ਭੀੜ ਤੋਂ ਟੁੱਟ ਜਾਓ ਜਿਹੜੀ ਬਿਲਕੁਲ ਬੇਲਿਹਾਜ਼ ਚੱਲ ਰਹੀ ਹੈ। ਸਾਡੇ ਕਾਲਜ ਦੇ ਉਸਤਾਦ ਸਾਹਿਬਾਨਾਂ ਦੀ ਸਹਿਮਤੀ ਬੇਸ਼ੱਕ ਉਹਨਾਂ ਨਾਲ ਹੈ, ਪਰ ਮੇਰੀ ਰਾਏ ਉਹਨਾਂ ਤੋਂ ਵੱਖ ਹੈ। ਇਹਨਾਂ ਲਫ਼ਜ਼ਾਂ ਨਾਲ ਇਹ ਸਭਾ ਇੱਥੇ ਹੀ ਖਤਮ ਕੀਤੀ ਜਾਂਦੀ ਹੈ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਮਨਜਿੰਦਰ ਦੇ ਉਤਰਦਿਆਂ ਤਾੜੀਆਂ ਦੀ ਗੂੰਜ ਕਾਲਜ ਦੇ ਸਟਾਫ ਨੂੰ ਬਹੁਤ ਚੁੱਭੀ। ਕੱਲੀ ਤਾੜੀ ਸਟਾਫ ਨੂੰ ਚਪੇੜ ਵਾਂਗੂ ਲੱਗੀ। ਕਾਲਜ ਦੇ ਪ੍ਰਿੰਸੀਪਲ ਦਫ਼ਤਰ ਵਿੱਚ ਚਪੜਾਸੀ ਨੂੰ ਕਹਿੰਦਾ ਹੈ ਕਿ ਸੁਰਮਣੀ ਨੂੰ ਫੌਰਨ ਇੱਥੇ ਬੁਲਾਓ। ਸੁਰਮਣੀ ਪ੍ਰਿੰਸੀਪਲ ਅਨਮੋਲਕ ਸਿੰਘ ਦੀ ਧੀ ਸੀ। ਅਨਮੋਲਕ ਸਿੰਘ ਗੁਲਨਾਜ਼ ਕੌਰ ਦਾ ਮੂੰਹ ਬੋਲਿਆ ਭਰਾ। ਸੁਰਮਣੀ ਦਫ਼ਤਰ ਵਿੱਚ ਅੰਦਰ ਦਾਖਲ ਹੋਣ ਦੀ ਇਜਾਜ਼ਤ ਮੰਗਦੀ ਹੈ। ਕੀ ਮੈਂ ਅੰਦਰ ਆ ਸਕਦੀ ਹਾਂ? ਹਾਂ, ਬੈਠੋ ਜੀ। ਦੱਸੋ, ਮੈਨੂੰ ਕਿਸ ਕੰਮ ਬੁਲਾਇਆ? ਕੰਮ? ਮਨਜਿੰਦਰ ਨੇ ਕਿਸ ਹੱਕ ਨਾਲ ਤੈਨੂੰ ਭਰੀ ਸਭਾ ਵਿੱਚ ਜ਼ਿੰਮੇਵਾਰੀ ਸੌਂਪੀ? ਤੂੰ ਟੋਕਿਆ ਕਿਉਂ ਨਹੀਂ ਉਹਨੂੰ? ਕੀ ਤੈਨੂੰ ਪਤਾ ਨਹੀਂ ਉੱਧਰ ਚਾਰੋਂ ਪ੍ਰੋਫੈਸਰ ਮੱਕਾਰ ਤੇ ਪੰਜਾਬ ਵਿਰੋਧੀ ਨੇ? ਸੁਰਮਣੀ ਪ੍ਰੋਫੈਸਰ ਸਾਹਿਬ ਦੀ ਧੀ ਸੀ, ਪ੍ਰਿੰਸੀਪਲ ਦੀ।
ਪਾਪਾ, ਪਹਿਲੀ ਗੱਲ, ਮੈਂ ਮਨਜਿੰਦਰ ਸਿੰਘ ਦੇ ਵੱਲੋਂ ਬਣਾਈ ਗਈ ਵਿਦਿਆਰਥੀ ਨਵਚੇਤਨਾ ਮੰਚ ਦੀ ਮੁੱਖ ਸਕੱਤਰ ਹਾਂ। ਇਸ ਲਈ ਉਹਨਾਂ ਇਹ ਕੰਮ ਮੈਨੂੰ ਦੇ ਦਿੱਤਾ। ਮੇਰਾ ਟੋਕਣ ਦਾ ਇਰਾਦਾ ਨਹੀਂ ਸੀ। ਰਹਿ ਗਈ ਗੱਲ ਪ੍ਰੋਫੈਸਰ ਸਾਹਿਬਾਨਾਂ ਦੀ, ਪੰਜਾਬ ਦਾ ਫੈਸਲਾ ਹਜੇ ਆਉਣਾ ਬਾਕੀ ਹੈ। ਤੁਹਾਡੇ ਫੈਸਲੇ ਦੀ ਬੁੱਕਤ ਤੁਹਾਡੇ ਪ੍ਰਿੰਸੀਪਲ ਅਹੁਦੇ ਨਾਲ ਜੁੜੀ ਹੈ। ਤੁਹਾਡੇ ਗੁਲਾਮਾਂ ਅਤੇ ਕਾਲਜ ਦੇ ਕਰਮਚਾਰੀਆਂ ਤੱਕ ਹੀ ਹੈ, ਮੇਰੇ ਤੱਕ ਨਹੀਂ। ਤੁਹਾਡੇ ਸਵਾਲ ਦਾ ਮਕਸਦ ਮੈਂ ਸਮਝ ਗਈ ਹਾਂ, ਇਸ ਲਈ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਇਹੀ ਕਹਾਂਗੀ, ਮੈਨੂੰ ਤੁਹਾਡਾ ਹੁਕਮ ਪ੍ਰਵਾਨ ਨਹੀਂ। ਇਹ ਕਹਿ ਕੇ ਸੁਰਮਣੀ ਉੱਠਣ ਹੀ ਲੱਗੀ ਸੀ ਕਿ ਉਹਨੂੰ ਟੋਕਦਿਆਂ ਹੋਇਆਂ ਸੁਰ ਬਦਲ ਕੇ ਅਨਮੋਲਕ ਕਹਿੰਦਾ, ਧੀਏ, ਸੁਣਨ ਤੋਂ ਪਹਿਲਾਂ ਹੀ ਫੈਸਲੇ ਨਹੀਂ ਲਈਦੇ ਹੁੰਦੇ। ਠਰਮੇ ਨਾਲ ਵੇਖ ਤਾਂ ਲੈ, ਮੈਂ ਕਹਿਣਾ ਕੀ ਚਾਹੁੰਦਾ। ਹਾਂ, ਮੈਂ ਕੀ ਕਹਿ ਰਿਹਾ ਸੀ ਕਿ ਕਮਿਊਨੀਕੇਸ਼ਨ ਹਾਲ ਵਿੱਚ LED ਸੁਵਿਧਾ ਲਗਵਾ ਦੇਵਾਂ। ਨਾਲੇ ਕਾਲਜ ਵਿੱਚ ਵੱਲੋਂ 3 ਦਿਨਾਂ ਸੈਮੀਨਾਰ ਵੀ ਇਸੇ ਵਿਸ਼ੇ ਉੱਤੇ ਰੱਖ ਲਵਾਂਗੇ। ਇਹ ਵੀ ਮਾੜੀ ਸਲਾਹ ਹੈ ਕੋਈ? ਸੁਰਮਣੀ ਬੋਲੀ, ਅਸੀਂ ਵਿਦਿਆਰਥੀਆਂ ਦੀ ਪੜ੍ਹਾਈ ਨਹੀਂ ਰੁਕਵਾਣੀ। ਕਿਰਪਾ ਕਰਕੇ ਅਜਿਹਾ ਕੋਈ ਵੀ ਐਲਾਨ ਕਰਨ ਤੋਂ ਗੁਰੇਜ਼ ਕਰਿਓ ਜਿਹਦੇ ਨਾਲ ਪੰਜਾਬ ਦੇ ਮਸਲੇ ਨੂੰ ਛੱਡ ਕੇ ਕਾਲਜ ਦਾ ਮਸਲਾ ਸੱਜਣਾ ਪੈ ਜਾਵੇ ਸਾਨੂੰ। ਪ੍ਰਿੰਸੀਪਲ ਹੈਰਾਨ ਹੋਇਆ। ਕਮਾਲ ਦੀ ਗੱਲ ਹੈ, ਮਨਜਿੰਦਰ ਦੇ ਕਹਿਣ ਤੇ ਤੇਰੇ ਕਹਿਣ ਵਿੱਚ ਹੀ ਕਿੰਨਾ ਫਰਕ ਹੈ। ਇੰਨਾ ਵਖਰੇਵਾਂ ਤੁਹਾਡੇ ਦੋਹਾਂ ਵਿੱਚ? ਕੰਮ ਐਦਾਂ ਹੁੰਦੇ? ਸੁਰਮਣੀ ਇੱਕ ਆਖਰੀ ਗੱਲ, ਸੱਚ ਦਾ ਮਸਲਾ ਨਿਬੇੜ ਕੇ ਤੁਰ ਗਈ। ਕਹਿੰਦੀ, ਤੁਹਾਡੇ ਸੁਣਨ ਤੇ ਸਮਝਣ ਵਿੱਚ ਫਰਕ ਹੈ ਪਾਪਾ। ਸਾਡੇ ਕੰਮ ਐਦਾਂ ਹੀ ਹੁੰਦੇ ਨੇ। ਤੁਸੀਂ ਜਿੱਥੇ ਤੱਕ ਸੋਚ ਸਕਦੇ ਹੋ ਸੋਚੋ ਤੇ ਕਦਮ ਚੁੱਕੋ, ਤੁਹਾਡੇ ਸਿਰ ਹੀ ਪੁੱਠੇ ਪੈਣਗੇ। ਵਿਦਿਆਰਥੀ ਸੰਗਠਨਾਂ ਦੇ ਲੋਕ ਵਿਦਿਆਰਥੀ ਹੋਣ ਜਾਂ ਵਿਦਿਆਰਥੀ ਸੰਗਠਨਾਂ ਦੇ ਵਿੱਚੋਂ ਨਿਕਲ ਕੇ ਅੱਜ ਵੱਡੀਆਂ ਸਿਆਸਤਾਂ ਨੂੰ ਵੇਖਣ ਵਾਲੇ ਲੋਕ ਇਸ ਗੱਲ ਦੀ ਬਾਰੀਕੀ ਨੂੰ ਸਮਝਣਾ ਸਿੱਖ ਲੈਣ। ਕਹਿਣਾ ਹੈ, ਕਹਿਣ ਦੇ ਭਾਵਾਂ ਤੱਕ ਜਾਣਾ ਹੈ ਤੇ ਉਹਦੇ ਵਿੱਚ ਠਰਮਾ ਆਪ ਕਿਵੇਂ ਰੱਖਣਾ ਤੇ ਵਿਰੋਧੀਆਂ ਨੂੰ ਝਕਾਣੀ ਕਿਵੇਂ ਦੇਣੀ ਹੈ, ਇਹ ਨੀਤੀਆਂ ਸਿੱਖਣੀਆਂ ਜ਼ਰੂਰ ਧਿਆਨ ਦੇਣਾ। ਇਹ ਸਿਫਰਨਾਮਾ ਹੈ, ਕਿਸੇ ਨਾ ਕਿਸੇ ਮੋੜ ਉੱਤੇ ਅਧੂਰਾ ਨਹੀਂ ਛੱਡੇਗਾ। ਜਾਣਨਾ ਹੈ ਕਿ ਅੱਗੇ ਹੁੰਦਾ ਕੀ ਹੈ। ਬਦਲਦੇ ਜਾ ਰਹੇ ਮੌਸਮ ਵਿੱਚ ਤਲਖ ਜ਼ੁਬਾਨੀਆਂ ਬਹੁਤ ਵੱਧ ਗਈਆਂ ਨੇ। ਸਮਾਜ ਤੋਂ ਲੈ ਕੇ, ਪੰਚਾਇਤ ਤੋਂ ਲੈ ਕੇ, ਸਿੱਖਿਆ ਤੋਂ ਲੈ ਕੇ ਸਾਹਿਤ ਤੱਕ ਵਿਅੰਗ ਤੇ ਤਿੱਖੇ ਤੀਰ ਆ ਚੁੱਕੇ ਨੇ। ਹੁਣ ਇਹਨਾਂ ਤੀਰਾਂ ਨਾਲ ਵਿੰਨਿਆ ਕੌਣ ਜਾਂਦਾ, ਇਹਨਾਂ ਤੀਰਾਂ ਦਾ ਸ਼ਿਕਾਰ ਕੌਣ ਹੁੰਦਾ, ਇਹ ਜਾਣਨ ਲਈ ਸੁਣਦੇ ਰਹੋ ਸਿਫਰਨਾਮਾ।